ਇੱਕ ਹੁੰਦਾ ਨਾ ਵੀ ਕੋਈ ਦੋ ਦੋਸਤ ਲੜ ਪਏ, ਦੋਨੇ ਦੋਸਤਾਂ ਨੂੰ ਮਿਲਾਉਣ ਵਾਲਾ ਕੋਈ ਸਿਆਣਾ ਬੰਦਾ ਹੋਗਾ, ਯਾਰ ਬੈਠੋ ਟੇਬਲ ਤੇ, ਉਹਨੇ ਤਾਂ ਕਿਸੇ ਦੀ ਸੁਣਨੀ ਵੀ ਨਹੀਂ। ਉਹ ਰਾਤ ਰਾਜੇਵਾਲ ਸਾਹਿਬ ਨਾਲ ਮੈਂ ਸਵੇਰੇ ਮਤਲਬ ਜਾਂ ਰਾਤ ਨਿੰਗੀ ਹੋਈ ਰਾਤ ਮੈਂ ਗੱਲ ਕੀਤੀ, ਉਹਦੇ ਸੁਨੇਹਾ ਸੀ, ਉਹ ਕਹਿੰਦਾ ਵੀ ਫੌਜ ਕਦੇ ਵੀ ਆ ਸਕਦੀ। 22 ਦੀਆਂ ਇਲੈਕਸ਼ਨਾਂ ਦੇ ਵਿੱਚ ਮੈਨੂੰ ਇਉਂ ਵੀ ਲੱਗਦਾ ਵੀ 5-7 ਦਿਨ 10 ਦਿਨ ਬਿਠਾ ਕੇ ਉੱਥੋਂ ਇਹਨਾਂ ਨੂੰ ਖਦੇੜ ਕੇ ਨੁਕਸਾਨ ਹੋਊ, ਕਿਤੇ ਰਾਸ਼ਟਰਪਤੀ ਰਾਜ ਨਾ ਪੰਜਾਬ 'ਚ ਲਾਗੂ ਕਰ ਦੇਣ। ਇਸ ਵਾਰੀ ਹੁਣ ਇਹ ਦਾਣਿਆਂ ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਾਂ ਹਲੇ ਵੀ ਹੋ ਰਹੀ ਹੈ। ਜਿਹੜੇ ਟੈਕਸੀ ਤੇ ਆਟੋ ਯੂਨੀਅਨ ਵਾਲੇ ਨੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਜੇ ਇਹਨਾਂ ਦੀਆਂ ਮੰਗਾਂ ਤੇ ਨਾ ਗੌਰ ਕੀਤਾ ਗਿਆ ਤਾਂ 48 ਘੰਟੇ ਦਾ ਨੋਟਿਸ ਉਹ ਵੀ ਦੇ ਚੁੱਕੇ ਨੇ। ਇਹ ਇਸ ਤਰ੍ਹਾਂ ਦਾ ਇਕੱਠਾ ਕਰਨਾ, ਲੋਕਾਂ ਦਾ ਇਕੱਠ ਹੋਣਾ ਕੋਈ ਸੌਖਾ ਕੰਮ ਨਹੀਂ ਹੈ। ਇਹ ਭੀੜ ਨਹੀਂ ਹੈ, ਅਸਲ ਦੇ ਵਿੱਚ ਪੀੜ ਆ ਜਿਹੜੀ ਅਸੀਂ ਇੱਥੇ ਬੈਠੇ ਵੀ ਮਹਿਸੂਸ ਕਰਦੇ ਹੈਗੇ ਆ। ਗੀਤਾਂ ਦੇ ਵਿੱਚ, ਫਿਲਮਾਂ ਦੇ ਵਿੱਚ ਪੰਜਾਬ ਦੇ ਜੱਟ ਦੀ, ਕਿਸਾਨ ਦੀ ਇਮੇਜ ਵੱਖਰੀ ਤਰ੍ਹਾਂ ਦੀ ਪੇਸ਼ ਕੀਤੀ ਜਾਂਦੀ ਹੈ, ਪਰ ਅਸਲ ਸੱਚਾਈ ਕੀ ਹੈ ਇਹ ਹੁਣ ਆਪਣੇ ਸਾਰਿਆਂ ਦੇ ਸਾਹਮਣੇ ਆ। ਆਪਣੇ ਬਿਹਾਫ 'ਤੇ ਅਸੀਂ ਇਹ ਜ਼ਰੂਰ ਕਰ ਸਕਦੇ ਹਾਂ ਕਿ ਜੇ ਅਸੀਂ ਉਹਨਾਂ ਕਿਸਾਨਾਂ ਦੇ ਕੋਲੋਂ ਆਪਣੀਆਂ ਜ਼ਮੀਨਾਂ ਦੇ ਠੇਕੇ ਲੈਣੇ ਜਾਂ ਕਿਸੇ ਤਰ੍ਹਾਂ ਦਾ ਅਸੀਂ ਉਗਰਾਹੀ ਕਰਨੀ, ਕੋਈ ਪੈਸੇ ਉਹਨਾਂ ਕੋਲੋਂ ਲੈਣੇ ਆ, ਘੱਟੋ ਘੱਟ ਇਸ ਸਾਲ ਆਪਾਂ ਇਹ ਜਿਹੜੀ ਚੀਜ਼ ਆ ਇਹ ਛੱਡ ਦਈਏ। ਪਰ ਸਦੀਆਂ ਬਾਅਦ ਇਤਿਹਾਸ ਨੂੰ ਪੁੱਠਾ ਮੋੜ ਦਿੱਤਾ ਅੱਜ ਦੀ ਜਿਹੜੀ ਫਾਸ਼ੀਵਾਦੀ ਇੰਡੀਅਨ ਸਟੇਟ ਨੇ। ਕੀ ਕੀਤਾ ਕਿ ਫਿਰ ਉਹੀ ਸਰਮਾਏਦਾਰ ਲੋਕ, ਉਹੀ ਜਗੀਰੂ ਸੋਚ ਵਾਲੇ, ਉਹਨਾਂ ਨੂੰ ਲਾਗੂ ਕਰਦਿਆਂ ਹੋਇਆ ਕਿਸਾਨਾਂ ਤੋਂ ਉਹਨਾਂ ਦੀਆਂ ਜ਼ਮੀਨਾਂ ਲੈ ਕੇ ਉਹਨਾਂ ਦੇ ਆਪਣੇ ਅਨੁਸਾਰ ਮੁੱਲ ਤੈਅ ਕਰਕੇ ਆਪਣੇ ਫਾਇਦੇ ਦੇ ਅਨੁਸਾਰ ਵਰਤਣਾ ਸ਼ੁਰੂ ਕੀਤਾ। ਸਰਕਾਰ ਦੇ ਖਿਲਾਫ ਲੜ ਰਹੇ ਕਿਸਾਨ ਕੇਵਲ ਸਰਕਾਰ ਦੇ ਵਿਰੋਧੀ ਨਹੀਂ, ਅਡਾਨੀ ਅੰਬਾਨੀ ਵਰਗਿਆਂ ਦੇ ਵੀ ਵਿਰੋਧੀ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸਲ ਦੇ ਵਿੱਚ ਬਿਮਾਰੀ ਦੀ ਜੜ ਕੀ ਹੈ, ਚੋਰ ਦੀ ਮਾਂ ਕਿਹੜੀ ਹੈ, ਉਸ ਨੂੰ ਹੀ ਖਤਮ ਕੀਤਾ ਜਾਏ। ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਅੱਜ ਇੱਕ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ। ਅੱਜ ਅਸੀਂ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਆ ਉਹ ਅੱਜ ਦੇ ਦਿਨਾਂ ਦਾ, ਅੱਜ ਦੇ ਸਮੇਂ ਦਾ ਸਭ ਤੋਂ ਭਖਦਾ ਮਸਲਾ ਆ। ਭਾਰਤ ਵਿੱਚ ਚੱਲ ਰਿਹਾ ਕਿਸਾਨ ਸੰਘਰਸ਼, ਪੰਜਾਬ ਦੇ ਕਿਸਾਨਾਂ ਦਾ ਇੱਕ ਸੰਘਰਸ਼, ਇੱਕ ਲੜਾਈ, ਉਹ ਇਸ ਵੇਲੇ ਇੱਕ ਬੜੀ ਫੈਸਲਾਕੁੰਨ ਹਾਲਤ ਦੇ ਵਿੱਚ ਪਹੁੰਚ ਚੁੱਕਿਆ ਆ। ਇਹ ਸੰਘਰਸ਼ ਕਿਉਂ ਸ਼ੁਰੂ ਹੋਇਆ? ਇਹ ਸੰਘਰਸ਼ ਇੱਥੇ ਤੱਕ ਪਹੁੰਚਣ ਦੀ ਕੀ ਸੰਘਰਸ਼ ਕਰ ਰਹੇ, ਇਹ ਲੜਾਈ ਲੜ ਰਹੇ ਲੋਕਾਂ ਨੂੰ ਆਸ ਸੀ, ਜਾਂ ਕੀ ਇਹ ਲੜਾਈ ਐਡੀ ਵੱਡੀ ਹੋ ਜਾਊਗੀ ਇਸ ਗੱਲ ਦੀ ਸਰਕਾਰ ਨੂੰ ਆਸ ਸੀ? ਇਹ ਗੱਲ ਵੱਧਦੀ ਕਾਫੀ ਵੱਧ ਗਈ, ਇਹਦੇ ਵਿੱਚ ਬਹੁਤ ਕੁਝ ਇਨਵੋਲਵ ਹੋ ਗਿਆ। ਉਹਦੇ ਨਾਲ ਇਹਦੇ ਵਿੱਚ ਜਿੱਥੇ ਕਿਤੇ ਵੀ ਦੁਨੀਆ ਦੇ ਵਿੱਚ ਪੰਜਾਬੀ ਵਸ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ। ਉਹਨਾਂ ਨੇ ਖਾਸ ਤੌਰ 'ਤੇ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰ ਕੇ ਆਪਣਾ ਪੱਖ ਰੱਖਿਆ। ਅੱਜ ਅਸੀਂ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਰਹਿੰਦੇ ਲੋਕ, ਵਿਦੇਸ਼ਾਂ ਦੇ ਵਿੱਚ ਰਹਿੰਦੇ ਲੋਕ ਇਹਦੇ ਬਾਰੇ ਕਿਸ ਤਰ੍ਹਾਂ ਸੋਚਦੇ ਨੇ, ਇਹਨੂੰ ਕਿਸ ਤਰ੍ਹਾਂ ਲੈਂਦੇ ਨੇ। ਅਸੀਂ ਖਾਸ ਤੌਰ 'ਤੇ ਅੱਜ ਕੁਛ ਜਿਹੜੇ ਇੱਥੋਂ ਦੇ ਜਰਨਲਿਸਟ ਨੇ, ਪੱਤਰਕਾਰ ਨੇ, ਵੈਨਕੂਵਰ ਦੇ, ਸਰੀ ਦੇ ਇਸ ਏਰੀਏ ਦੇ, BC ਦੇ ਵਿੱਚ, ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਉਹ ਇਸ ਲੜਾਈ ਨੂੰ ਕਿਸ ਤਰ੍ਹਾਂ ਦੇਖ ਰਹੇ ਆ। ਸਰਕਾਰ ਕਹਿ ਰਹੀ ਹੈ ਕਿ ਬਿੱਲ ਬਿਲਕੁਲ ਕਿਸਾਨਾਂ ਦੇ ਹੱਕ ਵਿੱਚ ਆ, ਕਿ ਗਲਤੀ ਕਿੱਥੇ ਆ? ਲੋਕ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ। ਉਹ ਕਹਿੰਦੇ ਜਿੰਨਾ ਚਿਰ ਇਹ ਬਿੱਲ ਜਿਹੜੇ ਇਹ ਕਾਨੂੰਨ ਆ ਇਹ ਵਾਪਸ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਸੰਘਰਸ਼ ਸਮਾਪਤ ਨਹੀਂ ਕਰਨਾ। ਸਰਕਾਰ ਬਾਰ-ਬਾਰ ਐਲਾਨ ਕਰ ਰਹੀ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ, ਪਰ ਇਹ ਕਾਨੂੰਨ ਵਾਪਸ ਨਹੀਂ ਹੋਣੇ। ਕੀ ਬਣਨਾ, ਲੋਕ ਕਿਸ ਤਰ੍ਹਾਂ ਸੋਚਦੇ ਨੇ, ਸਾਡਾ ਇੱਥੇ ਦਾ ਵੈਨਕੂਵਰ ਦਾ, ਸਰੀ ਦਾ ਪੱਤਰਕਾਰ ਭਾਈਚਾਰਾ ਇਹਦੇ ਉੱਤੇ ਕੀ ਸੋਚ ਰਿਹਾ, ਇਹਦੇ ਬਾਰੇ ਅਸੀਂ ਵੱਖ-ਵੱਖ ਜਿਹੜੇ ਇਸ਼ੂਜ਼ ਨੇ, ਸਾਡੇ ਕੁਝ ਸਵਾਲ ਨੇ ਜਿਹੜੇ ਅਸੀਂ ਉਹਨਾਂ ਦੇ ਨਾਲ ਕੀਤੇ ਆ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਇਹਦਾ ਬਣੂਗਾ ਕੀ। ਅਗਲਾ ਸਵਾਲ ਇੱਕ ਇਹਦੇ ਵਿੱਚੋਂ ਜਿਹੜੀ ਗੱਲਬਾਤ ਬਣਦੀ ਹੈ ਕਿ ਇੱਥੇ ਬੈਠੇ ਲੋਕ ਇਹਦੇ ਬਾਰੇ ਕਿਸ ਤਰ੍ਹਾਂ ਰਿਐਕਟ ਕਰ ਰਹੇ ਆ, ਉਹਦਾ ਕੋਈ ਇੰਪੈਕਟ ਉੱਥੇ ਪੈ ਰਿਹਾ, ਜਾਂ ਕੀ ਇਹ ਕਿਸੇ ਗੱਲਬਾਤ ਦੇ ਮੁੱਦੇ ਦੇ ਉੱਤੇ ਇਹ ਮਾਮਲਾ ਹੱਲ ਹੋ ਜਾਊਗਾ, ਜਾਂ ਇਹ ਜੋ ਕੁਛ ਆ ਪੰਜਾਬ ਵਿੱਚ ਬਹੁਤ ਸਾਰੀਆਂ ਹੜਤਾਲਾਂ ਹੋਈਆਂ, ਬਹੁਤ ਸਾਰੇ ਜਿਹੜੇ ਸੰਘਰਸ਼ ਹੋਏ ਆ, ਬਹੁਤ ਸਾਰੇ ਵਿਰੋਧ ਹੋਏ ਆ ਸਰਕਾਰਾਂ ਦੇ, ਕੋਈ ਨਵੀਂ ਗੱਲ ਨਹੀਂ ਉੱਥੇ। ਇਹ ਵਿਰੋਧ ਪਹਿਲਾਂ ਕੀਤੇ ਗਏ ਵਿਰੋਧਾਂ ਨਾਲੋਂ ਵੱਖਰਾ ਆ। ਕਿ ਇਸ ਵਿਰੋਧ ਨੇ ਇੱਕ ਸਭ ਤੋਂ ਜਿਹੜੀ ਵੱਡੀ ਗੱਲ ਆ ਕਿ ਇਹਦੇ ਸੀਨ ਦੇ ਵਿੱਚੋਂ ਵੱਡੀਆਂ 3 ਪੋਲੀਟੀਕਲ ਪਾਰਟੀਆਂ ਕਿੱਥੇ ਨੇ? ਆਮ ਤੌਰ 'ਤੇ ਕਿਸੇ ਇੱਕ ਪਾਰਟੀ ਦੇ ਵਿਰੁੱਧ ਦੂਜੀਆਂ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਤਾਂ ਲੜਾਈ ਲੜੀ ਜਾਂਦੀ ਹੈ, ਜਾਂ ਬਹੁਤ ਸਾਰੀਆਂ ਯੂਨੀਅਨਸ ਲੜਾਈ ਲੜਦੀਆਂ ਨੇ। ਇਹ ਲੜਾਈ ਬਿਲਕੁਲ ਵੱਖਰੇ ਤਰ੍ਹਾਂ ਦੀ ਚੱਲ ਰਹੀ ਆ। ਕੇਂਦਰ ਸਰਕਾਰ ਤੇ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਕੁਛ ਮੋਰਚੇ ਲੱਗੇ ਨੇ ਉਹ ਲੜਾਈ ਲੜ ਰਹੇ ਨੇ। ਕੋਈ ਵੱਡਾ ਲੀਡਰ ਪੰਜਾਬ ਦਾ ਇਹਦੇ ਵਿੱਚ ਕਿੱਥੇ ਆ? ਬਿਆਨ ਆ ਰਹੇ ਨੇ ਸਾਰਿਆਂ ਦੇ, ਪਤਾ ਨਹੀਂ ਇਹਨਾਂ ਨੂੰ ਲੋਕ ਇਸ ਵਹਿਣ ਨੂੰ ਆਪ ਚਲਾ ਰਹੇ ਆ
ਮੋਰਚੇ ਨੂੰ ਜਾਂ ਕਿਸ ਤਰ੍ਹਾਂ ਇਹ ਚੱਲ ਰਿਹਾ ਆ, ਇੱਕ ਵੱਖਰੀ ਤਰ੍ਹਾਂ ਦਾ ਮੰਜ਼ਰ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੁਆਰਾ ਦੇਖਣ ਨੂੰ ਮਿਲ ਰਿਹਾ। ਕੱਲ੍ਹ ਗੱਲਬਾਤ ਹੋਣੀ ਹੈ ਇਹਦੇ ਉੱਤੇ, ਇਸ ਗੱਲਬਾਤ ਦੇ ਵਿੱਚੋਂ ਕੀ ਕੋਈ ਸਿੱਟਾ ਨਿਕਲਦਾ, ਇਹ ਇੱਥੇ ਖਤਮ ਹੋ ਜਾਂਦਾ, ਇਹ ਲੰਬਾ ਚੱਲਦਾ, ਪੰਜਾਬ ਇਹਦੇ ਵਿੱਚੋਂ ਕੀ ਖੱਟਦਾ, ਖੇਤੀ ਕਿੰਨੀ ਕੁ ਜਿਹੜਾ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨੂੰ ਪੂਰਾ ਕੀਤਾ ਜਾਂਦਾ, ਇਹਨਾਂ ਕੁਝ ਸਵਾਲਾਂ ਦੇ ਉੱਤੇ ਅਸੀਂ ਇੱਥੋਂ ਦੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਆਓ ਪੇਸ਼ ਕਰਦੇ ਹਾਂ ਤੁਹਾਡੇ ਲਈ ਉਹ ਗੱਲਬਾਤ। ਸੰਘਰਸ਼ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਨਕਸਲ ਸੰਘਰਸ਼ ਆਪਾਂ ਪੜ੍ਹਿਆ, ਸਿੱਖ ਸੰਘਰਸ਼ ਆਪਾਂ ਵੇਖਿਆ। ਹੁਣ ਸਿੱਖ ਸੰਘਰਸ਼ ਦੇ ਮੁਲਾਂਕਣ ਦੇ ਵਿੱਚੋਂ ਕੋਈ ਚੀਜ਼ ਸਨੱਬ ਹੋਈ, ਕਿਤੇ ਕਿਤੇ ਮੈਨੂੰ ਲੱਗਦਾ ਸੀ ਵੀ ਹੂਕ ਉੱਠਣੀ। ਹੂਕ ਉੱਠਣ ਲਈ ਫਿਰ ਜ਼ਮੀਨ ਐਂ ਲੱਗਦਾ ਵੀ ਜ਼ਰਖੇਜ਼ ਨਹੀਂ ਹੈ, ਕੁਛ ਵੀ ਨਹੀਂ ਇੱਥੇ, ਤਾਂ ਖਤਮ ਹੋ ਗਿਆ, ਵੈਲਿਊਜ਼ ਖਤਮ ਹੋ ਗਈਆਂ, ਕੌਮ ਭੱਜ ਰਹੀ ਹੈ, ਖੁਦਕਸ਼ੀਆਂ ਦੇ ਰਾਹ ਪੈ ਗਈ, ਨਿਰਾਸ਼ਤਾ। ਪਰ ਕਿਤੇ ਨਾ ਕਿਤੇ ਜਦ ਕੋਈ ਕੌਮੀ ਆਵਾਜ਼ ਆਉਂਦੀ ਸੀ ਤਾਂ ਉਹਦੇ 'ਤੇ ਸੜਕਾਂ ਪੈਰਾਂ ਥੱਲੇ ਲੱਤੜ ਦਿੰਦੇ ਸੀ, ਜਿਵੇਂ ਰਾਜੋ ਆਣੇ ਦੀ ਫਾਂਸੀ ਦੇ ਵੇਲੇ ਹੋਇਆ। ਆਸ ਵੀ ਸੀ ਅਤੇ ਪਿਛਲੇ ਸਦੀਆਂ ਦਾ ਇਤਿਹਾਸ ਵੀ ਹੈ ਬਈ ਪੰਜਾਬ ਐ ਮਰਦਾ ਨਹੀਂ। ਇਹਦੇ ਵਿੱਚ ਸੀਮਿਤ ਆ, ਕਿਉਂਕਿ ਹਰੀਆਂ ਪੱਗਾਂ, ਬਿੱਲੇ ਗਲ ਦੇ ਸਿਰ 'ਤੇ ਪਰਨੇ, ਮੋਢਿਆਂ 'ਤੇ, ਇਹ ਆਪਾਂ ਵੇਖਦੇ ਆਏ ਬਈ ਅੱਜ ਬਈ ਹੁਣ ਬਿੱਲ ਨਹੀਂ ਦੇਣਾ, ਹੁਣ ਕੁੰਡੀਆਂ ਲਾ ਲਓ। ਇਹ ਸੰਘਰਸ਼ ਇੱਥੇ ਤੱਕ ਚਲੇ ਜਾਊ, ਮੈਂ ਦਿਲੋਂ ਇਸ ਦੀ ਤਵੱਕੋ ਨਹੀਂ ਸੀ ਕੀਤੀ ਬਿਲਕੁਲ। ਮੈਨੂੰ ਇਹ ਸੀ ਬਈ ਬਹਿ ਜਾਣਗੇ, ਇਵੈਂਚੁਅਲੀ ਗੱਡੀਆਂ ਰੇਲ ਖਾਲੀ ਕਰਨੀ ਪੈਣੀਆਂ। ਹਿੰਦੀ ਸ਼ਾਸਕ ਹੈ, ਐਡਾ ਜ਼ਿੱਦੀ ਸ਼ਾਸਕ ਹੈ ਵੀ ਉਹਨੇ ਕਿੱਥੇ ਮੰਨਣਾ, ਅੱਜ ਤੱਕ ਉਹ ਮੰਨਿਆ ਨਹੀਂ। ਅਤੇ ਇਹ ਆਹ ਲੈਵਲ ਤੱਕ ਚਲੇ ਜਾਊ, ਮੈਨੂੰ ਇਸ 'ਤੇ ਜੇ ਮੈਂ ਕਹਾ ਮੇਰੀ ਮੰਦ ਬੁੱਧੀ ਕਰਕੇ ਮੈਨੂੰ ਇਹ ਤਵੱਕੋ ਨਹੀਂ ਸੀ। ਪਰ ਜੇ ਇਤਿਹਾਸ ਵੇਖੀਏ ਤਾਂ ਇਤਿਹਾਸ ਇਹ ਦੌਰ ਨਾਲ ਲੱਦਿਆ ਪਿਆ ਕਿ ਇਹ ਪੰਜਾਬ ਦੇ ਜਾਏ ਇਸ ਤਰ੍ਹਾਂ ਹੀ ਤੁਰਦੇ ਆ। ਅਤੇ ਹੁਣ ਮੈਂ ਆਸਵੰਦ ਵੀ ਹਾਂ ਅਤੇ ਸ਼ਾਸਕ ਨੂੰ ਦੇਖ ਕੇ ਮੈਂ ਫਿਕਰਮੰਦ ਵੀ ਹਾਂ। 22 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ, ਵੀ ਇਹ ਹੁਣ ਦਿੱਲੀ ਨੂੰ ਘੇਰ ਕੇ ਬੈਠੇ, ਕਿੰਨਾ ਕੁ ਚਿਰ ਘੇਰਨਗੇ ਮੂਹਰਿਓਂ। ਜੇ ਮੈਂ ਕਹਾਂ ਬਈ ਇੱਕ ਹੁੰਦਾ ਨਾ ਵੀ ਕੋਈ ਦੋ ਦੋਸਤ ਲੜ ਪਏ, ਦੋਨੇ ਦੋਸਤਾਂ ਨੂੰ ਮਿਲਾਉਣ ਵਾਲਾ ਕੋਈ ਸਿਆਣਾ ਬੰਦਾ ਹੋਗਾ, ਯਾਰ ਬੈਠੋ ਟੇਬਲ 'ਤੇ, ਉਹਨੇ ਤਾਂ ਕਿਸੇ ਦੀ ਸੁਣਨੀ ਵੀ ਨਹੀਂ। ਮਤਲਬ ਜੇ ਮੈਂ ਮੋਦੀ ਨੂੰ ਕਹਿਣਾ ਜਾਂ ਅਮਿਤ ਸ਼ਾਹ ਨੂੰ, ਦੋਨਾਂ ਨੇ ਸੁਣਨ ਵਾਲੇ ਕਿਸ ਦੀ ਹੈ ਨਹੀਂ। ਪਰ ਇਕੱਲਾ ਪੰਜਾਬ ਇਹਨਾਂ ਨੇ ਹੁਣ ਨੂੰ ਨੱਪ ਲੈਣਾ ਸੀ। ਪੰਜਾਬ ਦੇ ਨਾਲ ਦੂਜੇ ਸੂਬੇ ਜਿਹੜੇ ਆ ਕੇ ਬਹਿ ਗਏ, ਉਹਦੇ ਨਾਲ ਮੈਂ ਆਸਵੰਦ ਹਾਂ ਅਤੇ ਪੰਜਾਬ ਨੂੰ ਉਹਨਾਂ ਦੇ ਨਾਲ ਰਲ ਕੇ ਹੀ ਤੁਰਨਾ ਪੈਣਾ। ਜੇ ਆਪਾਂ ਇਹਨੂੰ ਕਰ ਲਈਏ ਵੀ ਆਪਾਂ ਇਕੱਲੇ ਕਰਕੇ ਆਈਸੋਲੇਟ ਹੋ ਜਾਈਏ, ਫਿਰ ਉਹ ਗੜਬੜ। ਜਿਹੜਾ ਹਰਿਆਣਾ ਦਾ ਇਹਦੇ 'ਚ ਰੋਲ ਰਿਹਾ, ਜਿਸ ਕਾਰਨ ਮੈਂ ਹਰਿਆਣੇ ਦੇ ਵਿੱਚ ਹੋਈਆਂ ਚੀਜ਼ਾਂ ਨੂੰ, ਭਜਨ ਲਾਲ ਦੇ ਦੌਰ ਤੋਂ ਲੈ ਕੇ ਮੂਰਥਲ ਵਾਲੇ ਕਾਂਡ ਤੱਕ, ਮੈਂ ਬਹੁਤ ਨੈਗੇਟਿਵ ਸੀ। ਜਦ ਮੈਂ ਪੰਜਾਬ ਨੂੰ ਜਾਂਦਾ ਸੀ, ਮੈਂ ਨਾ ਜੇ ਦਿਲੋਂ ਕਹਿਣਾ, ਮੈਂ ਦਿੱਲੀੋਂ ਟਰੈਵਲ ਨਹੀਂ ਸੀ ਕਰਨਾ ਚਾਹੁੰਦਾ ਸੜਕ 'ਤੇ। ਬਈ ਇਹਨਾਂ ਦਾ ਇਹ ਐਡੇ ਨਰਮੋਹੇ ਲੋਕ ਨੇ, ਇਹ ਪਤਾ ਨਹੀਂ ਕਦ ਵਿਗੜ ਜਾਣ। ਪਰ ਹੁਣ ਜੇ ਉਹਨਾਂ ਦੀ ਐਸੈਂਸ ਦੇਖੀਏ, ਅੰਤਰੀਵ ਵੇਖੀਏ, ਜਿਹੜੀਆਂ ਚੀਜ਼ਾਂ ਉਹਨਾਂ ਨੇ ਕਰਤੀਆਂ, ਫਿਰ ਇਹ ਲੱਗਦਾ ਨਹੀਂ ਯਾਰ ਇਹ ਤਾਂ ਬਾਰਡਰ ਹੈ ਨਹੀਂ ਸੀ, ਕੋਈ ਸ਼ੰਭੂ ਹੈ ਹੀ ਨਹੀਂ ਸੀ, ਇੱਕੋ ਹੀ ਸੀ 67 ਤੱਕ ਅਸੀਂ। ਬਈ ਇਹ ਤਾਂ ਯਾਰ ਸਾਡੇ ਤੋਂ ਵੀ ਜਿਹੜਾ ਕੁਛ ਉਹਨਾਂ ਨੇ ਕੀਤਾ, ਮਾਰਗਦਰਸ਼ਕ ਬਣ ਕੇ ਮੂਹਰੇ ਤੁਰੇ, ਬੜੇ ਔਰ ਨਾਲ ਵੱਡੇ ਭਰਾ ਕਹਿ ਰਹੇ ਨੇ, ਉਹਨੇ ਮੇਰੇ ਦਿਲ ਨੂੰ ਬੜਾ ਠੁੰਮਣਾ ਦਿੱਤਾ। ਦਿੱਲੀ ਉਹੀ ਦਿੱਲੀ ਜਿਹੜੀ ਕਦੇ 84 'ਚ ਸਾਨੂੰ ਫੁੰਡਦੀ ਹੈ, ਉਹ ਦਿੱਲੀ ਕਿਵੇਂ ਤੁਰੀ ਫਿਰਦਾ। ਪਰ ਮੈਨੂੰ ਇਹਦੇ ਵਿੱਚੋਂ ਪੋਜ਼ੀਟਿਵ ਇਹ ਹੋਇਆ ਯਾਰ ਵੀ ਨਹੀਂ, ਜਿਹੜੀ ਇਹ ਜਨਤਾ ਨਾ, ਜਿਨ੍ਹਾਂ ਨੂੰ ਸੰਤ ਰਾਮ ਉਦਾਸੀ ਨੇ ਕਿਹਾ ਵੀ ਆ ਉਰੇ ਤੈਨੂੰ ਰੰਗ ਚੜ੍ਹਾ ਦਿਆਂ, ਇਹ ਲੋਕ ਯਾਰ ਇਸ ਤਰ੍ਹਾਂ ਹੀ ਨੇ, ਸਾਰੇ ਹੀ ਕਿਵੇਂ ਨਾ ਕਿਵੇਂ ਜ਼ਖਮੀ ਨੇ। ਜਦ ਕਿਤੇ ਕੋਈ ਮੱਲਮ ਲੈ ਕੇ ਖੜਦਾ, ਲੋਕ ਭੱਜ ਕੇ ਆਉਂਦੇ ਨੇ। ਸੋ ਇਹ ਮੈਂ ਹਲੇ ਤੱਕ ਬਹੁਤ ਆਸਵੰਦ ਹਾਂ। ਸੀਮਤਾਵਾਂ ਵੀ ਨੇ ਅਤੇ ਕੁਝ ਹੋਰ ਵੀ ਸਕਦਾ, ਜਿਹੜਾ ਤਵੱਕੋ ਨਹੀਂ ਕਰ ਸਕਦੇ, ਕਿਉਂਕਿ ਜਿਨ੍ਹਾਂ ਕੋਲ ਮਸ਼ੀਨਰੀ ਆ। ਹੁਣ ਰਾਤ ਰਾਜੇਵਾਲ ਸਾਹਿਬ ਨਾਲ ਮੈਂ ਸਵੇਰੇ ਮਤਲਬ ਜਾਂ ਰਾਤ ਨਿੰਗੀ ਹੋਈ ਰਾਤ ਮੈਂ ਗੱਲ ਕੀਤੀ, ਉੱਥੇ ਸੁਨੇਹਾ ਸੀ, ਉਹ ਕਹਿੰਦਾ ਵੀ ਫੌਜ ਕਦੇ ਵੀ ਆ ਸਕਦੀ। ਫੌਜ ਦਾ ਸੁਨੇਹਾ ਇਹ ਆ ਬਈ ਦਿੱਲੀ ਪੁਲਿਸ ਅਤੇ ਹਰਿਆਣਾ ਪੁਲਿਸ ਨਾਲੋਂ ਅਲੱਗ ਹੋਊਗੀ ਉਹ, ਪਰ ਹਲੇ ਲਾਈ ਨਹੀਂ। ਪਰ ਹੁਣ ਦੇਖਦੇ ਹਾਂ ਅੱਗੇ ਕਿਵੇਂ ਜਾਏਗਾ। ਇਹਦੇ ਵਿੱਚੋਂ ਕੀ ਲੱਗਦਾ, ਅਲਟੀਮੇਟਲੀ ਕਿਹਾ ਨਹੀਂ ਜਾ ਸਕਦਾ, ਪਰ ਤੁਹਾਡਾ ਅੰਦਾਜ਼ਾ ਕੀ ਹੈ ਕਿ ਕਿੱਥੇ ਕੁ ਗੱਲ ਨਿਬੜੂਗੀ? ਮੈਨੂੰ ਜਿਹੜੀ ਵੱਡੀ ਹੁਣ ਰਾਜਨੀਤੀ ਬੀਜੇਪੀ ਕਰ ਰਹੀ ਆ, ਬਿਹਾਰ ਤੋਂ ਬਾਅਦ ਉਹਨਾਂ ਨੇ ਆਹ ਸਾਲ ਦੇ ਵਿੱਚ ਮਮਤਾ ਬੈਨਰਜੀ ਨੂੰ ਦੇ ਵੱਲ ਨੂੰ ਹੋਣਾ। 22 ਦੀਆਂ ਇਲੈਕਸ਼ਨਾਂ ਦੇ ਵਿੱਚ ਮੈਨੂੰ ਇਉਂ ਵੀ ਲੱਗਦਾ ਵੀ 5-7 ਦਿਨ 10 ਦਿਨ ਬਿਠਾ ਕੇ ਉੱਥੋਂ ਇਹਨਾਂ ਨੂੰ ਖਦੇੜ ਕੇ ਨੁਕਸਾਨ ਹੋਊ, ਕਿਤੇ ਰਾਸ਼ਟਰਪਤੀ ਰਾਜ ਨਾ ਪੰਜਾਬ 'ਚ ਲਾਗੂ ਕਰ ਦੇਣਾ।
ਇੱਕ ਜਗ੍ਹਾ ਛੱਡ ਦੇਣ ਤੇ ਬੀਜੇਪੀ ਉਹਦੇ ਤੇ ਫਿਰ ਰੂਲ ਕਰੇ। ਜਿਵੇਂ ਜਦ ਬੈਂਸਿਓਂ ਵਾਲਾ ਸਮਾਂ ਯਾਦ ਆ ਰਿਹਾ ਬਈ 10-10 100-100 ਵੋਟਾਂ ਨਾਲ ਜਿੱਤ ਗਏ ਤੇ ਉਹਦੇ ਬਾਅਦ ਸਾਡਾ ਜਿਹੜਾ ਹਾਲ ਹੋਇਆ ਸਾਡੇ ਸਾਹਮਣੇ ਪਿਆ। ਸੰਗਠਨ ਬਹੁਤ ਵਧੀਆ ਹਾਲੇ ਤੱਕ ਸੁਰ ਇੱਕ ਹੈ। ਅਤੇ ਜਿਵੇਂ ਅੱਜ ਮੈਂ ਸਵੇਰੇ ਰੇਡੀਓ 'ਤੇ ਸੁਰਜੀਤ ਸਿੰਘ ਫੂਲ ਨਾਲ ਗੱਲ ਕਰਾਂ ਵੀ ਤੁਸੀਂ ਦੀਪ ਸਿੱਧੂ ਅਤੇ ਤੁਹਾਨੂੰ ਉਹ ਕਿਉਂ ਨਹੀਂ ਫਿੱਟ ਬਹਿੰਦੇ। ਉਹ ਕਹਿੰਦਾ ਵੀ ਸਾਡੀਆਂ ਹੈਗੀਆਂ ਕਿਸਾਨੀ ਮੰਗਾਂ, ਸਿਰਫ ਉਹ ਵੱਧ ਅਧਿਕਾਰਾਂ ਦੀ ਗੱਲ, ਅਸੀਂ ਉਹਦਾ ਸਤਿਕਾਰ ਦਿੰਦੇ ਹਾਂ, ਪਰ ਕੱਲੀਆਂ ਕਿਸਾਨੀ ਮੰਗਾਂ ਦੇ ਨਾਲ ਕਾਇਆ ਕਲਪ ਨਹੀਂ ਹੋਣੀ। ਸਿਸਟਮ ਜਿਹੜਾ ਓਵਰਹਾਲ, ਸੁਰਜੀਤ ਸਿੰਘ ਫੂਲ ਕਹਿੰਦਾ ਵੀ ਅਸੀਂ ਸਿਸਟਮ ਬਦਲਣਾ ਚਾਹੁੰਦੇ ਹਾਂ। ਹੁਣ ਸਿਸਟਮ ਕਿਵੇਂ ਬਦਲੂਗਾ? ਸਿਸਟਮ ਦਾ ਤਾਂ ਕੋਈ ਮੈਕੈਨਿਜ਼ਮ ਨਹੀਂ। ਗੱਲ ਹੈ ਵੀ ਲਾਅ ਮੇਕਰ ਬਦਲਣਗੇ ਅਤੇ ਮੈਨੂੰ ਇਹ ਆ ਵੀ ਰਾਜਨੀਤਿਕ ਸਥਾਈ ਹੱਲ ਹੈ ਬਾਈ ਦੀਆਂ। ਹਾਂ, ਉਹਦੇ ਲਈ ਕੁਛ ਮੂਹਰੇ ਦਿਖਦਾ ਨਹੀਂ ਵੀ ਜਿਹੜੇ ਇਹ ਅਲੱਗ ਸੋਚ ਵਾਲੇ ਨੇ ਕਿਹਦੇ ਨਾਲ ਜੁੜਨਗੇ, ਕਿਹੜੀ ਪਾਰਟੀ ਨਾਲ ਜਾਣਗੇ। ਨਵੀਂ ਪਾਰਟੀ ਫਾਰਮ ਕਰਨੀ ਪੋਸੀਬਿਲਿਟੀ ਨਹੀਂ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਇੱਕ ਚੀਜ਼ ਨੇ ਲੋਕ ਇਸ ਤਰ੍ਹਾਂ ਦਾ ਉਹਨਾਂ ਨੂੰ ਤਜਰਬਾ ਦਿੱਤਾ ਵੀ ਯਾਰ ਇੱਥੇ ਬਦਲਣੀ ਹੈ। ਹੁਣ ਜਿਹੜੀ ਇਹਦੀ ਉਚਾਈ ਆ ਸੰਘਰਸ਼ ਦੀ, ਇਉਂ ਨਹੀਂ ਹੈ ਵੀ ਕੁਛ ਨਹੀਂ ਮਿਲੂ। ਕੁਛ ਨਾ ਕੁਛ ਤਾਂ ਦੇ ਕੇ ਦਿੱਲੀਓਂ ਭੇਜਣਗੇ, 100 ਨਹੀਂ ਤਾਂ 25-50। ਫਿਰ ਗਾਹਾਂ ਸਾਡੇ 'ਤੇ ਆ, ਸਾਡੇ ਲੋਕਾਂ 'ਤੇ ਆ ਵੀ ਉਹ ਇਹਦੇ ਨਾਲ ਖੁਸ਼ ਹੁੰਦੇ ਆ ਜਾਂ ਨਹੀਂ। ਇਉਂ ਨਹੀਂ ਹੈ ਵੀ ਖਾਲੀ ਹੱਥ ਆਉਣਗੇ, ਮਤਲਬ ਜੂਸ ਦੇ ਗਲਾਸ ਮੂੰਹ ਨੂੰ ਨਹੀਂ ਲੱਗਣਗੇ। ਕੁਛ ਨਾ ਕੁਛ ਤਾਂ ਮਿਲੂਗਾ। ਪਰ ਜੇ ਹੁਣ ਇੱਕੋ ਹੀ ਚੀਜ਼ ਨਿੱਤ ਨਹੀਂ ਇਹ ਭੱਠੀ ਚੜ੍ਹਦੀ, ਹੁਣੇ ਖੁਰਪਾ ਚੰਡਿਆ ਜਾਵੇ। ਜੇ ਵੱਧ ਅਧਿਕਾਰਾਂ ਦੀ ਸੂਬੇ ਦੀ ਗੱਲ ਕਰਦਾ, ਮੈਂ ਸਰਦਾਰ ਕਪੂਰ ਸਿੰਘ ਦੀ ਗੱਲ ਯਾਦ ਆ ਰਹੀ ਹੈ। ਉਹਨੂੰ ਕਹਿੰਦਾ ਵੀ ਤੁਸੀਂ CM ਬਣ ਜਾਓ, ਕਹਿੰਦਾ ਮੇਅਰ ਦੀ ਤਾਂ ਤਾਕਤ ਨਹੀਂ CM ਦੀ। ਅਸਲ ਸੈਂਟਰ ਕੋਲ ਜ਼ੋਰ ਹੈ ਇੰਨਾ। ਜਿਹੜੀ ਉਹ ਗੱਲ ਨਾਲ ਜਿਸ ਕਾਰਨ ਚੱਲ ਰਹੀ ਹੈ ਵੀ ਜੰਮੂ ਨਾਲ ਦੇ ਜ਼ਿਲ੍ਹੇ ਜੰਮੂ 'ਚ ਜਾ ਲਾ ਕੇ ਪੰਜਾਬ 'ਚੋਂ ਕੱਢ ਕੇ ਜੇ ਇਹੋ ਜਿਹਾ ਕੁਛ ਕਰਨ ਤੇ ਅੰਦਰ ਉਹ ਬੈਠੇ ਸਕੀਮਾਂ ਕਰ ਰਹੇ ਨੇ ਵੀ ਮੈਂ ਫਿਰਾਂ ਨੱਥ ਕਢਾਉਣ ਨੂੰ, ਤੂੰ ਫਿਰ ਨੱਕ ਵਢਾਉਣ ਨੂੰ, ਫਿਰ ਤਾਂ ਨਹੀਂ ਪੋਸੀਬਿਲਿਟੀ। ਜੇ ਦਿਲੋਂ ਚੰਗੀ ਆ, ਜਿਵੇਂ ਇੰਦਰਾ ਉੱਧਰੋਂ 2 ਜੂਨ ਨੂੰ ਤਾਂ ਬੋਲ ਰਹੀ ਆ ਬਈ ਹਿੰਸਾ ਤਿਆਗੋ, ਅਤੇ ਉੱਧਰੋਂ 1980 ਦੀਆਂ ਸਿੱਧੂ ਸਾਹਿਬ ਦੀ ਕਿਤਾਬ 'ਚ ਆਵੇ 80 ਦੀਆਂ ਤਿਆਰੀਆਂ ਚੱਲ ਰਹੀਆਂ ਨੇ ਮਤਲਬ ਹਮਲੇ ਦੀਆਂ, ਅਤੇ ਉੱਧਰੋਂ ਚਕਰਾਤੇ ਦੇ ਵਿੱਚ ਦੇਹਰਾਦੂਨ 'ਚ ਹੋ ਰਹੀ ਹੈ, ਅਤੇ ਉੱਧਰੋਂ ਨਾਲ ਅਕਾਲੀਆਂ ਨਾਲ ਮੀਟਿੰਗਾਂ ਹੋ ਰਹੀਆਂ ਨੇ। ਸੋ ਜੇ ਤਾਂ ਅੰਦਰੋਂ ਦਿਲ ਦੇ ਵਿੱਚ ਪਾਪ ਕਮਾਈ ਬੈਠਾ ਤਖਤ, ਫਿਰ ਸਾਨੂੰ ਡਰ ਵੀ ਲੱਗਦਾ। ਪਰ ਹੁਣ ਕੁਛ ਨਾ ਕੁਛ ਤਾਂ ਦੇ ਕੇ ਘੱਲੂ, ਜੇ 100 ਨਹੀਂ 20 ਤਾਂ 25। ਫਿਰ ਸਾਡੀ ਮਨ ਆ ਵੀ ਅਸੀਂ ਕਿੱਥੇ ਖੜਦੇ ਹਾਂ, ਵੀ ਅਸੀਂ ਖੁਸ਼ ਹਾਂ ਜਾਂ ਨਹੀਂ। ਪਰ ਜੇ ਇਹਨੂੰ ਵੱਧ ਅਧਿਕਾਰਾਂ ਦੇ ਵਿੱਚ ਲੈ ਜਾਈਏ, ਦੇਖੋ ਗੱਲ ਤਾਂ ਤੁਰੀ ਆ ਸੰਘਰਸ਼ ਤੋਂ ਹੀ, ਪਰ ਉਹਦਾ ਸੰਘਰਸ਼ ਕਿਸਾਨਾਂ ਦੇ, ਪਰ ਉਹਦਾ ਕਾਰਨ ਕੀ ਹੈ? ਉਹ ਜੇ ਗਰੀਨ ਰੈਵੋਲੂਸ਼ਨ ਦੀ ਗੱਲ ਕਰੀਏ, ਗਰੀਨ ਰੈਵੋਲੂਸ਼ਨ ਦੇ ਵਿੱਚ ਅਮਰੀਕਾ ਦਾ ਇਹ ਸੀ ਸਾਮਰਾਜਵਾਦ ਤੋਂ ਪਰਾਂ ਕਰ ਦਈਏ। ਤਖਤ ਦਿੱਲੀ ਵਾਲਾ ਕਹਿੰਦਾ ਸੀ ਵੀ ਇਹਨਾਂ ਨੂੰ ਭਖਮੰਗੇ ਬਣਾ ਦਈਏ। ਜੇ ਉਹ ਦੋਨੇ ਦੇਖੀਏ ਫਿਰ ਤਾਂ ਸਾਡੀ ਇਹ ਆ ਵੀ ਵੱਧ ਅਧਿਕਾਰਾਂ 'ਤੇ ਹੀ, ਵੱਧ ਅਧਿਕਾਰ ਕੀ ਹੋਣੇ ਚਾਹੀਦੇ ਨੇ ਇਹਦੀ ਵੀ ਕੋਈ, ਜਿਵੇਂ ਪਹਿਲੇ ਸਿੱਖ ਸੰਘਰਸ਼ ਬੁੱਧੀਜੀਵੀ ਪਰਾਂ ਹੋ ਗਏ, ਬੁੱਧੀਜੀਵੀ ਨਾਲ ਰਹਿਣ, ਵਧੀਆ ਸਿਆਣੇ ਬੰਦੇ। ਹੋ ਸਕਦਾ ਦੀਪ ਸਿੱਧੂ ਦੇ ਪਿੱਛੇ ਇੱਕ ਗਰੁੱਪ ਹੋਵੇ, ਜਿਵੇਂ ਮੈਨੂੰ ਕਦੇ ਕਦੇ ਲੱਗਦਾ ਵੀ ਸਿੱਖ ਸਿਆਸਤ ਵਾਲੇ ਪਰਮਜੀਤ ਸਿੰਘ ਹੋਣੀ, ਮਨਧੀਰ ਸਿੰਘ ਹੋਣੀ, ਅਜਮੇਰ ਸਿੰਘ ਹੋਣੀ, ਅਜੇਪਾਲ ਸਿੰਘ ਬਰਾੜ, ਇਹ ਸਿਆਣੇ ਬੰਦੇ ਆ ਵੀ ਜਿਹੜੇ ਹਾਲੇ ਚਿਹਰਾ ਨਹੀਂ ਕਰ ਰਹੇ। ਪਰ ਮੈਂ ਆਸਵੰਦ ਹਾਂ ਕਿ ਇਸ ਲੜਾਈ ਨੂੰ ਵੱਧ ਅਧਿਕਾਰਾਂ 'ਚ ਜੇ ਲੈ ਕੇ ਜਾਈ ਤਾਂ ਸਾਡੇ ਲਈ ਚੰਗਾ। ਦੇਖੋ, ਸੰਘਰਸ਼ਾਂ ਦਾ ਇਤਿਹਾਸ ਹਮੇਸ਼ਾ ਰਿਹਾ। ਜੇ ਅਸੀਂ ਈਵਨ ਮਾਡਰਨ ਹਿਸਟਰੀ ਦੇਖੀਏ, ਪਿਛਲੇ 70 ਸਾਲਾਂ ਦਾ ਇਤਿਹਾਸ ਜੇ ਵੇਖ ਲਈਏ, ਉਹਦੇ ਵਿੱਚ ਪ੍ਰਮੁੱਖ ਤੌਰ 'ਤੇ ਜਦੋਂ ਕਦੇ ਵੀ ਸੰਘਰਸ਼ ਕੋਈ ਵੀ ਹੋਇਆ ਨਾ, ਉਹਦੇ ਨਾਲ ਰਾਜਨੀਤੀ ਆ ਕੇ ਜੁੜਦੀ ਰਹੀ, ਅਤੇ ਰਾਜਨੀਤੀ ਦੇ ਵੱਖੋ ਵੱਖਰੀ ਤਰ੍ਹਾਂ ਦੀ ਰੰਗਤ ਉਹਨੂੰ ਦਿੱਤੀ ਜਾਂਦੀ ਰਹੀ। ਜਦੋਂ ਧਰਮ ਦੇ ਨਾਂ 'ਤੇ ਰਾਜਨੀਤੀ ਹੋਈ ਤਾਂ ਸਾਨੂੰ ਪਤਾ 47 'ਚ ਕੀ ਹੋਇਆ। ਉਸ ਤੋਂ ਬਾਅਦ ਭਾਸ਼ਾ ਦੇ ਨਾਂ 'ਤੇ ਰਾਜਨੀਤੀ ਹੋਈ। ਉਹਦੇ ਵਿੱਚ ਜਦੋਂ 1966 'ਚ ਪੰਜਾਬੀ ਸੂਬਾ ਬਣਿਆ ਤਾਂ ਅਸਲ ਦੇ ਵਿੱਚ ਅਸੀਂ ਜ਼ਮੀਨ ਗਵਾਈ, ਅਸੀਂ ਆਪਣਾ ਇਲਾਕਾ ਗਵਾਇਆ। ਉਸ ਤੋਂ ਮਗਰੋਂ ਪਾਣੀਆਂ ਦੇ ਨਾਂ 'ਤੇ ਰਾਜਨੀਤੀ ਹੋਈ ਤਾਂ ਉਸਨੇ ਪੰਜਾਬ ਨੂੰ ਕਿਸ ਤਰ੍ਹਾਂ ਲਹੂ ਲੁਹਾਨ ਕੀਤਾ 1984 ਦੇ ਵਿੱਚ, ਅਤੇ ਉਸ ਤੋਂ ਬਾਅਦ ਵਾਲਾ ਇੱਕ ਦਹਾਕਾ ਪੰਜਾਬ ਨੇ ਜਿਸ ਤਰ੍ਹਾਂ ਦਾ ਸੰਤਾਪ ਹੰਢਾਇਆ, ਉਹ ਤੋਂ ਭਲੀ ਭਾਂਤ ਅਸੀਂ ਸਾਰੇ ਵਾਕਫ ਹਾਂ। ਇਸ ਵਾਰੀ ਹੁਣ ਇਹ ਦਾਣਿਆਂ 'ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਾਂ ਹਲੇ ਵੀ ਹੋ ਰਹੀ ਹੈ। ਪਰ ਜਿਹੜੇ ਅੰਦੋਲਨਕਾਰੀ ਨੇ, ਕਿਸਾਨ ਨੇ ਜਾਂ ਮਜ਼ਦੂਰ ਜਥੇਬੰਦੀਆਂ ਨੇ, ਮੈਨੂੰ ਲੱਗਦਾ ਵੀ ਇਤਿਹਾਸ ਤੋਂ ਇਸ ਗੱਲ ਨੂੰ ਉਹ ਸਿੱਖ ਗਏ ਨੇ ਵੀ ਇਹਦਾ ਸਿਆਸੀਕਰਨ ਨਾ ਹੋਣ ਦਿੱਤਾ ਜਾਵੇ। ਸੋ ਇਸ ਹਿਸਾਬ ਦੇ ਨਾਲ ਜਿਹੜਾ ਇਹ ਅੰਦੋਲਨ ਹੈ, ਇਹ ਵੱਖਰਾ ਪ੍ਰਤੀਤ ਹੋ ਰਿਹਾ ਕਿ ਹੋਰਾਂ ਨੇ ਭਾਵੇਂ ਇਤਿਹਾਸ ਤੋਂ ਸਬਕ ਨਾ ਸਿੱਖਿਆ ਹੋਵੇ, ਪਰ ਕਈ ਵਾਰੀ ਅਸੀਂ ਇਹ ਸੋਚ ਲੈਂਦੇ ਹਾਂ ਵੀ ਜਿਹੜੇ ਕਿਸਾਨ ਨੇ ਜਾਂ ਬਾਕੀ ਕਿਰਤੀ ਨੇ, ਉਹ ਤਾਂ ਆਪਣੀ ਜ਼ਿੰਦਗੀ ਦੇ ਹੋਰ ਬੋਝ ਨਾਲ ਇੰਨੇ ਦੱਬੇ ਹੁੰਦੇ ਨੇ, ਜਾਂ ਉਹਨਾਂ ਨੂੰ ਸ਼ਾਇਦ ਕਈ ਵਾਰੀ ਅਵੇਅਰਨੈਸ ਨਹੀਂ ਹੁੰਦੀ ਵੀ ਉਹ ਛੇਤੀ ਕਿਤੇ ਵਰਗਲਾਏ ਜਾਂਦੇ ਨੇ। ਪਰ ਉਹਨਾਂ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਕਿ ਇਤਿਹਾਸ ਦੇ ਸਭ ਤੋਂ ਚੰਗੇ ਵਿਦਿਆਰਥੀ ਉਹ ਸਾਬਤ ਹੋਏ ਨੇ। ਤੇ ਇਹਦੇ ਵਿੱਚ ਫਿਰ ਇਹਦਾ ਕੋਈ ਵੀ ਸਿਆਸੀ ਐਂਗਲ ਨਹੀਂ ਹੋਊਗਾ, ਜਾਂ ਫਿਰ ਕਿੱਦਾਂ ਲੜਿਆ ਜਾਊਗਾ ਅੱਗੇ? ਦੇਖੋ, ਸਿਆਸੀ ਐਂਗਲ ਇਹਨੂੰ
ਅਲੱਗ-ਅਲੱਗ ਟਾਈਮ ਤੇ ਈਵਨ ਵਿਦਨ ਦ ਲਾਸਟ ਫਿਊ ਡੇਜ਼ ਇਹ ਕੋਸ਼ਿਸ਼ ਕੀਤੀ ਗਈ ਜੀ ਇਹ ਤਾਂ ਜੀ ਇੱਕ ਪਾਰਟੀ ਦੀ ਚੁੱਕ ਤੇ ਜਿੱਥੇ ਕਿ ਜੀ ਸਰਕਾਰ ਭਾਜਪਾ ਦੀ ਨਹੀਂ ਹੈ ਉੱਥੋਂ ਇਹਨਾਂ ਨੂੰ ਇੱਕ ਬੈਕਿੰਗ ਦਿੱਤੀ ਜਾ ਰਹੀ ਹੈ ਤਾਂ ਕਰਕੇ ਕਿਸਾਨ ਆ ਰਹੇ ਨੇ। ਜਿਹੜਾ ਉਹ ਐਂਗਲ ਸੀ ਉਹ ਵੀ ਫੇਲ ਹੋਇਆ ਕਿਉਂਕਿ ਹੁਣ ਉਹਨਾਂ ਸੂਬਿਆਂ ਤੋਂ ਵੀ ਕਿਸਾਨ ਆ ਰਹੇ ਨੇ ਜਿੱਥੇ ਕਿ ਭਾਜਪਾ ਦੀ ਸਰਕਾਰ ਹੈ। ਇੱਕ ਇਹਨੂੰ ਧਾਰਮਿਕ ਰੰਗਤ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਹਦੇ ਵਿੱਚ ਸਾਨੂੰ ਪਤਾ ਹੈ ਕਿ ਜਿਹੜੇ ਹਰਿਆਣੇ ਦੇ ਯੂਪੀ ਦੇ ਅਤੇ ਹੋਰਨਾਂ ਸੂਬਿਆਂ ਦੇ ਜਿਹੜੇ ਕਿਸਾਨ ਹੁਣ ਆ ਰਹੇ ਨੇ ਰਾਜਸਥਾਨ ਤੋਂ ਤੇਲੰਗਾਨਾ ਤੋਂ ਉਹ ਜਿਹੜਾ ਧਾਰਮਿਕ ਰੰਗਤ ਵਾਲਾ ਐਂਗਲ ਸੀ ਉਹ ਵੀ ਫੇਲ ਹੁੰਦਾ। ਇਹ ਚੀਜ਼ ਹੈ ਜਿਹੜੀ ਕਿ ਇਸ ਤੋਂ ਇੱਕ ਜਿਹੜਾ ਖੇਤਰੀ ਇਹਦਾ ਪੱਖ ਦਿੱਤਾ ਜਾ ਰਿਹਾ ਸੀ ਵੀ ਇਹ ਸਿਰਫ ਪੰਜਾਬ ਦੇ ਕਿਸਾਨ ਨੇ ਜਾਂ ਹਰਿਆਣੇ ਦੇ ਕਿਸਾਨ ਨੇ, ਇਹ ਉਹਨਾਂ ਦਾ ਹੀ ਮਸਲਾ ਹੈ। ਉਹ ਵੀ ਗੱਲ ਉੱਥੇ ਆ ਕੇ ਫੇਲ ਹੁੰਦੀ ਹੈ ਕਿਉਂਕਿ ਇਹ ਹੁਣ ਪੂਰੇ ਮੁਲਕ ਭਰ ਦੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਦਾ ਇਹ ਇੱਕ ਸਾਂਝਾ ਉਪਰਾਲਾ ਬਣ ਚੁੱਕਾ। ਸਿਰਫ ਉਹਨਾਂ ਦਾ ਹੀ ਨਹੀਂ, ਹੁਣ ਅੱਜ ਦਿੱਲੀ ਤੋਂ ਆਪਾਂ ਇਹ ਖਬਰ ਵੀ ਸੁਣੀ ਆ ਕਿ ਜਿਹੜੇ ਟੈਕਸੀ ਅਤੇ ਆਟੋ ਯੂਨੀਅਨ ਵਾਲੇ ਨੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਜੇ ਇਹਨਾਂ ਦੀਆਂ ਮੰਗਾਂ 'ਤੇ ਨਾ ਗੌਰ ਕੀਤਾ ਗਿਆ ਤਾਂ 48 ਘੰਟੇ ਦਾ ਨੋਟਿਸ ਉਹ ਵੀ ਦੇ ਚੁੱਕੇ ਨੇ। ਸੋ ਇੱਕ ਆਈ ਥਿੰਕ ਓਵਰਆਲ ਜਿਹੜੀ ਬੀਤੇ ਸਮੇਂ ਦੇ ਵਿੱਚ ਸਿਆਸਤ ਹੋਈ ਹੈ ਨਾ ਉਹਦੇ ਵਿੱਚੋਂ ਉਪਜੀ ਹੋਈ ਜਿਹੜੀ ਨਾਮੋਸ਼ੀ ਆ ਉਹ ਵੀ ਇਹਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਬੀਤੇ ਸਾਲਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਪੋਲਿਸੀਜ਼ ਲਿਆਂਦੀਆਂ ਗਈਆਂ ਨੇ ਉਹਦੇ ਕਰਕੇ ਟਰਸਟ ਡੈਫੀਸਿਟ ਬਹੁਤ ਹੋ ਗਿਆ। ਸਰਕਾਰ ਦਾ ਹਾਲੇ ਵੀ ਇਹ ਕਹਿਣਾ ਕਿ ਜੀ ਇਹ ਤਾਂ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨੇ, ਬਹੁਤ ਸਾਰੇ ਸਮਰਥਕ ਵੀ ਨੇ ਜਿਹੜੇ ਕਿ ਇਸ ਗੱਲ ਦੀ ਹਾਮੀ ਭਰਦੇ ਨੇ ਪਰ ਉਹ ਫਿਰ ਕਮਿਊਨੀਕੇਸ਼ਨ ਦੀ ਘਾਟ ਹੈ ਜਾਂ ਫਿਰ ਟਰਸਟ ਦੀ ਘਾਟ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੈ ਕਿ ਸਰਕਾਰ ਦਾ ਅਜਿਹਾ ਕਹਿਣਾ ਉਹ ਕਹੇ ਤੇ ਖਰੇ ਉਤਰਨਗੇ। ਉਹਦੇ ਕੀ ਰੀਜ਼ਨਸ ਨੇ ਅਸੀਂ ਬੀਤੇ ਸਮੇਂ ਦੇ ਵਿੱਚ ਦੇਖ ਚੁੱਕੇ ਹਾਂ ਕਿ ਜੋ ਵਾਅਦੇ ਪਿਛਲੇ 5-6 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਕੀਤੇ ਗਏ ਸੀ, ਜਿਸ ਚੀਜ਼ ਨੂੰ ਆਧਾਰ ਬਣਾ ਕੇ ਕੀਤੇ ਗਏ ਸੀ, ਉਸ ਆਧਾਰ ਦੇ ਉੱਪਰ ਉਹ ਪੱਕੇ ਖਰੇ ਉਤਰ ਨਹੀਂ ਸਕੇ। ਭਾਵੇਂ ਉਹ ਗੱਲ ਸੀ ਕਿ ਇਲੈਕਸ਼ਨ ਵੇਲੇ ਕਿ ਜੀ 15-15 ਲੱਖ ਰੁਪਇਆ ਬਲੈਕ ਮਨੀ ਵਾਪਸ ਲਿਆਉਣ ਦੀ ਗੱਲ ਸੀ, ਉਹ ਕਿੱਥੇ ਤੱਕ ਗੱਲ ਚੱਲੀ। ਨੋਟਬੰਦੀ ਹੋਈ ਉਹਦੇ ਵਿੱਚ ਆਮ ਬੰਦਾ ਪਿਸਿਆ, ਬਹੁਤ ਸਾਰੇ ਇਹੀ ਕਿਸਾਨ ਸੀ ਜਿਨ੍ਹਾਂ ਦੇ ਜਿਹੜੇ ਉਸ ਨੋਟਬੰਦੀ ਕਰਕੇ ਉਹਨਾਂ ਨੂੰ ਇੰਨੇ ਘਾਟੇ ਝੱਲਣੇ ਪਏ, ਕਈ ਹਲੇ ਤੱਕ ਉਹ ਤੋਂ ਉੱਭਰ ਨਹੀਂ ਸਕੇ। ਸੋ ਜਿਹੜੀ ਉਹ ਸਿਆਸਤ ਬੀਤੇ ਸਮੇਂ ਦੇ ਵਿੱਚ ਹੁੰਦੀ ਰਹੀ ਉਸੇ ਸਿਆਸਤ ਦੇ ਵਿੱਚੋਂ ਪਣਪੀ ਹੋਈ ਨਾਮੋਸ਼ੀ ਹੁਣ ਇਸ ਅੰਦੋਲਨ ਦਾ ਇੱਕ ਰੂਪ ਧਾਰ ਗਈ ਆ। ਅਤੇ ਜਿਵੇਂ ਤੁਸੀਂ ਪੁੱਛਿਆ ਵੀ ਸਿਆਸਤ ਤੋਂ ਬਗੈਰ ਇਹ ਕਿਵੇਂ ਹੋ ਸਕੇਗਾ, ਮੇਰੇ ਖਿਆਲ ਸਿਆਸੀ ਪੱਧਰ 'ਤੇ ਇਹਦਾ ਹੱਲ ਜ਼ਰੂਰ ਹੈ ਪਰ ਸਿਆਸਤ ਤੋਂ ਬਗੈਰ ਐਜ਼ ਇਨ ਕਿ ਵਿਦਿਨ ਜਿਹੜੇ ਅੰਦੋਲਨ ਕਰ ਰਹੇ ਨੇ ਉਹਨਾਂ ਦੇ ਵਿੱਚ ਗੁੱਟਬਾਜ਼ੀ ਜਾਂ ਕਿਸੇ ਤਰ੍ਹਾਂ ਦਾ ਕੋਈ ਪਾੜਾ ਪੈਣ ਤੋਂ ਬਗੈਰ ਹੀ ਇਹਦਾ ਹੱਲ ਹੋਏਗਾ। ਇਹਦਾ ਪੋਲੀਟੀਕਲ ਹੱਲ ਹੈ, ਪੋਲੀਟਿਕਸ ਇਹਦਾ ਹੱਲ ਨਹੀਂ ਹੈ। ਮੈਂ ਇਹ ਗੱਲ ਸਮਝਦੀ ਹਾਂ ਕਿ ਇੱਥੇ ਦੇ ਲੋਕ ਬਹੁਤ ਡੂੰਘਾਈ ਦੇ ਨਾਲ ਜੁੜੇ ਹੋਏ ਆ ਪੰਜਾਬ ਦੇ ਕਿਸਾਨਾਂ ਦੇ ਨਾਲ। ਮੈਂ ਖੁਦ ਇਹ ਚੀਜ਼ ਮਹਿਸੂਸ ਕਰਦੀ ਹਾਂ ਜਦੋਂ ਮੈਂ ਤਸਵੀਰਾਂ ਦੇਖਦੀ ਹਾਂ, ਮੈਂ ਵੀਡੀਓਜ਼ ਦੇਖਦੀ ਹਾਂ, ਮੇਰਾ ਕਈ ਵਾਰ ਇਕੱਲੀ ਦਾ ਉਹ ਤਸਵੀਰਾਂ ਜਾਂ ਵੀਡੀਓਜ਼ ਦੇਖਦੀ ਤਾਂ ਮੇਰਾ ਮਨ ਭਰ ਆਇਆ। ਉਸ ਤੋਂ ਜ਼ਿਆਦਾ ਜਿਹੜੀ ਹੋਰ ਚੀਜ਼ ਮਹਿਸੂਸ ਕੀਤੀ ਆ ਕਿ ਜਦੋਂ ਲੋਕ ਪਾਰਟੀਸਿਪੇਟ ਕਰ ਰਹੇ ਨੇ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ, ਉਹਨਾਂ ਦੀ ਤਕਲੀਫ ਵੀ ਜਿਹੜੀ ਇਹ ਦਿਸਦੀ ਆ। ਮੈਂ ਹੁਣੇ ਕਿਸੇ ਕਿਸਾਨ ਆਗੂ ਨੂੰ ਸੁਣ ਰਹੀ ਸੀ ਥੋੜ੍ਹੀ ਦੇਰ ਪਹਿਲਾਂ, ਉਹ ਗੱਲ ਕਰ ਰਹੇ ਸੀ ਭੀੜ ਦੀ। ਕਹਿੰਦੇ ਕਿ ਇਹਨੂੰ ਭੀੜ ਨਾ ਸਮਝਿਆ ਜਾਵੇ, ਇਹ ਇਸ ਤਰ੍ਹਾਂ ਦਾ ਇਕੱਠਾ ਕਰਨਾ, ਲੋਕਾਂ ਦਾ ਇਕੱਠ ਹੋਣਾ ਕੋਈ ਸੌਖਾ ਕੰਮ ਨਹੀਂ ਹੈ। ਇਹ ਭੀੜ ਨਹੀਂ ਹੈ, ਅਸਲ ਦੇ ਵਿੱਚ ਪੀੜ ਆ ਜਿਹੜੀ ਅਸੀਂ ਇੱਥੇ ਬੈਠੇ ਵੀ ਮਹਿਸੂਸ ਕਰਦੇ ਹੈਗੇ ਆ। ਇੱਥੇ ਦੇ ਲੋਕ ਕਿਵੇਂ ਪਾਰਟੀਸਿਪੇਟ ਕਰ ਸਕਦੇ ਆ, ਮੈਂ ਵੈਸੇ ਤਾਂ ਉਹ ਆਪਣੇ ਵੱਲੋਂ ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਆ ਜਾਂ ਕੋਈ ਵੀਡੀਓ ਦੇਖ ਕੇ ਜਾਂ ਕੋਈ ਖਬਰ ਸੁਣ ਕੇ ਲੋਕੀ ਆਪੋ ਆਪਣੀਆਂ ਭਾਵਨਾਵਾਂ ਦੇ ਹਿਸਾਬ ਦੇ ਨਾਲ ਭਾਵੁਕ ਹੋ ਕੇ ਕਮੈਂਟ ਕਰੀ ਜਾਂਦੇ ਆ, ਜਿਹਦੇ ਵਿੱਚ ਜੋਸ਼ ਵੀ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਵੀ ਲੱਗਦਾ ਹੈ ਕਿ ਵੀ ਜਿਹੜੀ ਵੀ ਗੱਲ ਉਹ ਕਰ ਰਹੇ ਆ ਦਿਲ ਤੋਂ ਕਰ ਰਹੇ ਆ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਐਡੀ ਦੂਰ ਬਾਹਰ ਬੈਠੇ ਹਾਂ, ਸਾਨੂੰ ਪੰਜਾਬ ਦੇ ਕਿਸਾਨਾਂ ਦਾ ਦਰਦ ਹੈਗਾ ਕਿਉਂਕਿ ਅਸੀਂ ਉਹਨਾਂ ਖੇਤਾਂ ਵਿੱਚੋਂ ਆਏ ਹਾਂ, ਅਸੀਂ ਉਹਨਾਂ ਪਿੰਡਾਂ ਦੇ ਵਿੱਚੋਂ ਆਏ ਹਾਂ। ਅਸੀਂ ਦੇਖੇ ਆ ਉਹ ਲੋਕ ਕਿਵੇਂ ਕੰਮ ਕਰਦੇ ਆ। ਅਤੇ ਬੇਸ਼ੱਕ ਗੀਤਾਂ ਦੇ ਵਿੱਚ, ਫਿਲਮਾਂ ਦੇ ਵਿੱਚ ਪੰਜਾਬ ਦੇ ਜੱਟ ਦੀ, ਕਿਸਾਨ ਦੀ ਇਮੇਜ ਵੱਖਰੀ ਤਰ੍ਹਾਂ ਦੀ ਪੇਸ਼ ਕੀਤੀ ਜਾਂਦੀ ਹੈ, ਪਰ ਅਸਲ ਸੱਚਾਈ ਕੀ ਹੈ ਇਹ ਹੁਣ ਆਪਣੇ ਸਾਰਿਆਂ ਦੇ ਸਾਹਮਣੇ ਆ। ਸੜਕਾਂ ਦੇ ਉੱਤੇ ਕਿਸਾਨ ਬੈਠੇ ਆ ਟੱਪਰੀ ਵਾਸਾਂ ਦੇ ਵਾਂਗ। ਇੱਥੇ ਬੈਠੇ ਅਸੀਂ ਦਰਦ ਜ਼ਰੂਰ ਮਹਿਸੂਸ ਕਰਦੇ ਹਾਂ, ਉਹਨਾਂ ਨੂੰ ਹੱਲਾਸ਼ੇਰੀ ਦੇ ਸਕਦੇ ਹਾਂ, ਪਰ ਜਿਹੜਾ ਜੋਸ਼ ਆ ਕਹਿੰਦੇ ਕਿ ਕਈ ਵਾਰ ਉਹ ਚੰਗਾ ਨਹੀਂ ਹੁੰਦਾ, ਹੋਸ਼ ਕਾਇਮ ਰਹਿਣੀ ਚਾਹੀਦੀ ਆ। ਇੱਥੇ ਬੈਠੇ ਅਸੀਂ ਜਿੰਨੀ ਵਾਰੀ ਮਰਜ਼ੀ ਉਹਨਾਂ ਨੂੰ ਅਸੀਂ ਹੱਲਾਸ਼ੇਰੀ ਭਰੇ ਸੁਨੇਹੇ ਦੇਈ ਜਾਈਏ, ਉਹਨਾਂ ਨੂੰ ਹਰ ਵਾਰੀ ਹੌਸਲਾ ਮਿਲਦਾ। ਪਰ ਜਿਹੜੀ ਤਕਲੀਫ ਦੀ ਗੱਲ ਇਹ ਹੈ ਕਿ ਬਾਹਰ ਬੈਠੇ ਪੰਜਾਬੀਆਂ ਨੂੰ ਪਹਿਲਾਂ ਵੀ ਬਹੁਤ ਵਾਰੀ ਗਲਤ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪਈਆਂ, ਉਹਨਾਂ ਨੂੰ ਕਈ ਤਰ੍ਹਾਂ ਦੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ ਕਿ ਇਹ ਲੋਕ ਬਾਹਰ ਬੈਠੇ ਆ ਅਤੇ ਇਹ ਪੁੱਠੀ ਮੱਤ ਉੱਥੇ ਦੇ ਲੋਕਾਂ ਨੂੰ ਦਿੰਦੇ ਰਹਿੰਦੇ ਆ, ਜਾਂ ਇੱਥੇ ਬੈਠਿਆਂ ਦਾ ਤਾਂ ਇਹਨਾਂ ਦਾ ਵਾਲ ਵਿੰਗਾ ਨਹੀਂ ਹੋਣਾ ਅਤੇ ਉਹ ਉਹਨਾਂ ਨੂੰ ਚੱਕ ਥਲ ਕਰਦੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਭੜਕਾਉਣ ਦੀ ਕੋਸ਼ਿਸ਼ ਕਰਦੇ ਆ।
ਮੈਂ ਇਹੀ ਕਹਾਂਗੀ ਕਿ ਸਾਨੂੰ ਇੱਥੇ ਬੈਠਿਆਂ ਨੂੰ ਜੋ ਵੀ ਤਸਵੀਰ ਨਜ਼ਰ ਆ ਰਹੀ ਹੈ ਉਹ ਤੋਂ ਤਕਲੀਫ ਸਾਨੂੰ ਜ਼ਰੂਰ ਹੈ, ਪਰ ਸਾਨੂੰ ਜਿਹੜੀ ਬਿਆਨਬਾਜ਼ੀ ਜਿਹੜੀ ਹੈ ਉਹਨੂੰ ਜ਼ਰਾ ਹੋਸ਼ ਦੇ ਨਾਲ ਕਰਨਾ ਚਾਹੀਦਾ ਹੈ। ਜੋਸ਼ ਜ਼ਰੂਰ ਕਾਇਮ ਰਹਿਣਾ ਚਾਹੀਦਾ ਉਸ ਅੰਦੋਲਨ ਦੇ ਲਈ, ਉਸ ਸੰਘਰਸ਼ ਦੇ ਲਈ। ਪਰ ਜਦੋਂ ਅਸੀਂ ਸਟੇਟਮੈਂਟਸ ਦੇ ਰਹੇ ਹਾਂ, ਅਸੀਂ ਕੋਈ ਗੱਲਾਂ ਇੱਥੇ ਬੈਠੇ ਕਹਿ ਰਹੇ ਹਾਂ ਕਿ ਤੁਸੀਂ ਐਂ ਕਰ ਦਿਓ, ਤੁਸੀਂ ਇਉਂ ਕਰ ਦਿਓ, ਭੜਕਾਉਣਾ ਨਹੀਂ ਹੈ। ਇਹ ਗੱਲ ਹੈਗੀ ਆ ਕਿ ਮਸਲੇ ਪਿਆਰ ਨਾਲ ਹੱਲ ਹੁੰਦੇ ਆ। ਹੁਣ ਇੰਨੀਆਂ ਕਿਸਾਨ ਜਥੇਬੰਦੀਆਂ ਬੈਠੀਆਂ, ਮੁੜ ਕੇ ਇਹ ਗੱਲ ਸਾਹਮਣੇ ਆ ਰਹੀ ਆ ਕਿ ਸਾਰੇ ਸ਼ਾਂਤੀਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਆ। ਇੱਕ ਮੈਂ ਕਿਸਾਨ ਆਗੂ ਨੂੰ ਸੁਣਿਆ, ਉਹਨੇ ਕਿਹਾ, ਕਹਿੰਦੇ ਅਸੀਂ ਤਾਂ ਇੱਕ ਫੁੱਲ ਤੱਕ ਨਹੀਂ ਤੋੜਿਆ, ਚਾਹੇ ਆਲੇ ਦੁਆਲੇ ਜਿੰਨੀ ਮਰਜ਼ੀ ਪੁਲਿਸ ਆ, ਹੁਣ BSF ਵਾਲੀ ਵੀ ਉੱਥੇ ਬੈਠੇ ਆ, ਪਰ ਇਸ ਤਰ੍ਹਾਂ ਦਾ ਸ਼ਾਂਤਮਈ ਵਿਰੋਧ ਆ, ਉਹਨੂੰ ਹਰ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਇੱਥੋਂ ਬੈਠੇ ਗੱਲਾਂ ਕਰ ਸਕਦੇ ਹਾਂ, ਅਸੀਂ ਇਹੀ ਕਹੀਏ ਕਿ ਇਹਨੂੰ ਸ਼ਾਂਤਮਈ ਹੀ ਰੱਖਿਆ ਜਾਵੇ। ਇਹਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਖਾਸ ਕਰਕੇ ਭਾਰਤੀ ਮੀਡੀਆ, ਜਿਹਨੂੰ ਅਕਸਰ ਆਪਾਂ ਗੋਦੀ ਮੀਡੀਆ ਜਾਂ ਮੋਦੀ ਮੀਡੀਆ ਕਹਿ ਕੇ ਜਾਣਦੇ ਹਾਂ। ਬਾਕੀ ਸਾਡੀ ਕੰਟਰੀਬਿਊਸ਼ਨ ਇੱਥੇ ਇਹ ਹੋ ਸਕਦੀ ਆ, ਸਾਡੇ ਬਹੁਤ ਲੋਕਾਂ ਦੀਆਂ ਜ਼ਮੀਨਾਂ ਹੈਗੀਆਂ ਉੱਥੇ ਜਿਹੜੀਆਂ ਅਸੀਂ ਠੇਕੇ 'ਤੇ ਦੇ ਕੇ ਆਏ ਹੋਏ ਹਾਂ, ਕਿਸਾਨਾਂ ਨੂੰ ਵਾਹੁਣ ਲਈ ਦੇ ਕੇ ਆਏ ਹੋਏ ਹਾਂ। ਮੈਨੂੰ ਲੱਗਦਾ ਕਿ ਇਸ ਮੌਕੇ 'ਤੇ, ਇਸ ਨਾਜ਼ੁਕ ਮੋੜ 'ਤੇ, ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿਸਾਨ ਖੁਦ ਘਰੋਂ ਬੇਘਰ ਹੋ ਕੇ ਬੈਠੇ ਆ, ਪਹਿਲਾਂ ਵੀ ਮੈਂ ਗੱਲ ਕੀਤੀ, ਟੱਪਰੀ ਵਾਸਾਂ ਵਾਂਗ ਬੈਠੇ ਆ, ਇਸ ਵੇਲੇ ਆਪਣੇ ਬਿਹਾਫ 'ਤੇ ਅਸੀਂ ਇਹ ਜ਼ਰੂਰ ਕਰ ਸਕਦੇ ਹਾਂ ਕਿ ਜੇ ਅਸੀਂ ਉਹਨਾਂ ਕਿਸਾਨਾਂ ਦੇ ਕੋਲੋਂ ਆਪਣੀਆਂ ਜ਼ਮੀਨਾਂ ਦੇ ਠੇਕੇ ਲੈਣੇ ਜਾਂ ਕਿਸੇ ਤਰ੍ਹਾਂ ਦਾ ਅਸੀਂ ਉਗਰਾਹੀ ਕਰਨੀ, ਕੋਈ ਪੈਸੇ ਉਹਨਾਂ ਕੋਲੋਂ ਲੈਣੇ ਆ, ਘੱਟੋ ਘੱਟ ਇਸ ਸਾਲ ਆਪਾਂ ਇਹ ਜਿਹੜੀ ਚੀਜ਼ ਆ ਇਹ ਛੱਡ ਦਈਏ। ਇਹਦੇ ਨਾਲ ਉਹਨਾਂ ਦੀ ਆਰਥਿਕ ਮਦਦ ਵੀ ਹੋ ਸਕੇਗੀ, ਸਾਡੇ ਵੱਲੋਂ ਸਹੀ ਤਰੀਕੇ ਦੇ ਨਾਲ ਇੱਕ ਸਹਾਇਤਾ ਹੋ ਸਕਦੀ ਹੈ। ਮੇਰੇ ਖਿਆਲ ਵੀ ਇਹ ਜੇ ਆਪਾਂ ਦੇਖੀਏ, ਇਹ ਇੱਕ ਇਵੈਂਟ ਜਿੱਦਾਂ ਆਪਾਂ ਸਟੱਡੀ ਕਰਦੇ ਹਾਂ ਆਜ਼ਾਦੀ ਦੇ ਜਿਹੜੇ ਜਦੋਂ ਲਈ ਗਈ ਆ, ਕਿੱਡੇ ਵੱਡੇ ਵੀ ਕਦਮ ਚੁੱਕਣੇ ਪਏ ਹੈ ਨਾ ਸਾਰੇ ਪੰਜਾਬੀਆਂ ਨੂੰ, ਸਾਰੇ ਇੰਡੀਅਨ ਨੂੰ, ਅਤੇ ਇਹ ਇੱਕ ਤਰ੍ਹਾਂ ਦਾ ਉਸ ਤਰ੍ਹਾਂ ਦਾ ਇਵੈਂਟ ਗਿਣਿਆ ਜਾਊਗਾ ਜਿਹੜੀ ਇਸ ਸੈਂਚੁਰੀ ਦੇ ਵਿੱਚ ਮੇਰੇ ਖਿਆਲ, ਬਿਕਾਜ਼ ਜਿਸ ਤਰ੍ਹਾਂ ਇਹ ਦਿਖਾਇਆ ਜਾ, ਜਿਸ ਤਰ੍ਹਾਂ ਉਹਨਾਂ ਦਾ ਵੀ ਕੋਸ਼ਿਸ਼ ਆ, ਜਿਸ ਤਰ੍ਹਾਂ ਯੂਨਾਈਟਿਡ ਫਾਰਮਰਸ ਨੇ ਜਿਸ ਤਰ੍ਹਾਂ, ਸੋ ਮੇਰੇ ਖਿਆਲ ਵੀ ਇਹ ਇੱਕ ਬਹੁਤ ਵੱਡਾ ਇਵੈਂਟ ਗਿਣਿਆ ਜਾਊਗਾ ਹਿਸਟਰੀ ਇੰਡੀਅਨ ਦੀ ਵਿੱਚ, ਵੀ ਫਾਰਮਿੰਗ ਹਿਸਟਰੀ ਦੇ ਵਿੱਚ ਅਤੇ ਰੈਗੂਲਰ ਇੰਡੀਅਨ ਹਿਸਟਰੀ ਵਿੱਚ। ਸੋ ਮੇਰੇ ਖਿਆਲ ਵੀ ਇਹਦਾ ਇੰਪੈਕਟ ਬਹੁਤ ਹੋਣਾ ਚਾਹੀਦਾ, ਬਿਕਾਜ਼ ਰੀਅਲ ਬੰਦੇ ਜੈਨੂਅਨਲੀ ਕਿਸਾਨ ਜਿਹੜੇ ਆਪਣੀਆਂ ਮੰਗਾਂ ਦੇ ਰਹੇ ਨੇ। ਮੋਦੀ ਗਵਰਨਮੈਂਟ ਨੇ ਇਹ ਜਿਹੜੇ ਕਾਨੂੰਨ ਆ ਜਾਣ ਕੇ ਲਿਆ ਕੇ ਵੀ ਉਹ ਇੰਡਸਟਰੀ ਜਾਂ ਜੋ ਵੀ ਜਿਹੜੇ ਥੋੜ੍ਹੇ ਫੂਡ ਐਗਰੀਕਲਚਰ ਨੂੰ ਟੇਕ ਓਵਰ ਕਰਨਾ ਚਾਹੁੰਦੇ ਨੇ, ਜਿਹੜੇ ਨਵੇਂ ਬਿਜ਼ਨਸ ਮਾਡਲ ਬਣਾਏ ਜਾ ਰਹੇ ਨੇ, ਜਿਸ ਤਰ੍ਹਾਂ ਕਿ ਇਹਦੇ ਕੋਈ ਮਤਲਬ ਨਹੀਂ ਸੀ, ਬਸ ਸਿੰਪਲ ਇੱਕ ਮਤਲਬ ਆ ਵੀ ਇਹ ਉਹ ਕਿਸ ਬਿਜ਼ਨਸ ਨੂੰ ਇਹ ਜਿਹੜਾ ਕਿ ਇਸ ਕਾਨੂੰਨ ਥਾਣੀ ਵੀ ਉਹ ਜਿਹੜੀ ਨਵੀਂ ਚੀਜ਼ ਆ ਵੀ ਹੋਰ ਥਾਂ ਵੀ ਹੋ ਰਿਹਾ ਵਰਲਡ ਦੇ ਵਿੱਚ, ਅਤੇ ਇਹਨੇ ਵੀ ਬੇਸਿਕਲੀ ਜਿਸ ਤਰ੍ਹਾਂ ਕਿ ਕੀਤਾ, ਸੋ ਇਹ ਕੀਤਾ ਜੋ ਹੈਗਾ ਸਾਰਾ ਵੀ ਇਹ ਸਾਰਾ ਰੋਂਗ ਆ, ਅਤੇ ਮੇਰੇ ਖਿਆਲ ਵੀ ਇਹਦਾ ਇੰਪੈਕਟ ਬਹੁਤ ਜ਼ਿਆਦਾ ਹੋਊਗਾ, ਕਿਉਂਕਿ ਕਿਸਾਨ ਦੇ ਨਾਲ ਬਹੁਤ ਬੰਦੇ ਹੁਣ ਜੁੜ ਰਹੇ ਨੇ, ਜਨਰਲ ਪਾਪੂਲੇਸ਼ਨ ਵੀ ਜੁੜ ਰਹੀ ਆ, ਅਤੇ ਇਹਦੇ ਵਿੱਚ ਮੇਰੇ ਖਿਆਲ ਵੀ ਮੋਦੀ ਨੂੰ ਪਤਾ ਵੀ ਬਹੁਤ ਵੱਡਾ ਨੁਕਸਾਨ ਵੀ ਗਾਂਹ ਹੋ ਸਕਦਾ, ਕਿਉਂਕਿ ਅਜੇ ਵੀ ਉਹ ਅਜੇ ਕੁਝ ਸਾਲ ਹੈਗੇ ਨੇ ਜਿੱਦਾਂ ਗਵਰਨਮੈਂਟ ਵਿੱਚ, ਪਰ ਆਈ ਥਿੰਕ ਵੀ ਇਹਦਾ ਇੰਪੈਕਟ ਲੌਂਗ ਟਰਮ ਮੋਦੀ ਸਰਕਾਰ 'ਤੇ ਹੋ ਸਕਦਾ ਵੀ, ਕਿਉਂਕਿ ਵੀ ਜੇ ਸਾਰੇ ਇੰਡੀਅਨ ਯੂਨਾਈਟ ਹੋਣ ਅਤੇ ਨੈਕਸਟ ਟਾਈਮ ਵੀ ਇਹਨੂੰ ਹਰਾ ਵੀ ਸਕਦੇ ਨੇ, ਕਿਉਂਕਿ ਵੀ ਵੋਟਰਸ ਇੰਨੇ ਅਪਸੈਟ ਨੇ, ਅਤੇ ਇਹ ਜੈਨੂਅਨ ਇਸ਼ੂ ਦੇਖੇ ਜਾ ਰਹੇ ਨੇ, ਕਿਉਂਕਿ ਜਿਹੜੀ ਵੀ ਕੋਈ ਐਗਰੀਕਲਚਰ ਸੁਸਾਇਟੀ ਹੁੰਦੀ ਆ ਉਹਨੂੰ ਬ੍ਰੈਡ ਬਾਸਕਟ ਕਹਿੰਦੇ ਆ ਹੈ ਨਾ, USA 'ਚ ਵੀ ਜੋ ਇੱਕ ਜਿਹੜੀ ਮਾੜੀ ਚੀਜ਼ ਇੰਡੀਆ ਦੇ ਵਿੱਚ ਆ, ਕਿਉਂਕਿ ਬਾਹਰਲੀਆਂ ਜਿਹੜੀਆਂ ਕੰਟਰੀਆਂ ਜਿੱਦਾਂ ਕੈਨੇਡਾ ਲੈ ਲਓ, US ਲੈ ਲਓ, ਜੇ ਤੁਸੀਂ ਦੇਖੋ ਤਾਂ ਗਵਰਨਮੈਂਟ ਬਹੁਤ ਫੈਸਿਲਿਟੀਜ਼, ਬਹੁਤ ਜੈਸੇ ਕਿ ਟੈਕਸ ਕ੍ਰੈਡਿਟ ਸਬਸਿਡੀਜ਼ ਦੇ ਰਹੀਆਂ ਫਾਰਮਰਸ ਨੂੰ, ਇਸ ਕਰਕੇ ਇੱਥੇ ਉਹ ਜਿਹੜੀ ਪ੍ਰਾਈਸ ਵਾਲੀਆਂ ਹੋਰ ਜਿਹੜੀਆਂ ਗੱਲਾਂ ਆ ਉਹ ਐਡੀ ਵੱਡੀ ਨਹੀਂ ਦਿੱਕਤ ਰੱਖਦੀਆਂ। ਸੋ ਇਸ ਕਰਕੇ ਆਈ ਥਿੰਕ ਇੰਡੀਆ ਫਾਰਮਰ ਦੇ ਨਾਟ ਫੁੱਲੀ ਅਗੇਂਸਟ, ਨਾ ਇੰਨੀ ਸਪੋਰਟ ਕਰ ਰਹੇ ਨੇ ਉਹਨਾਂ ਦੀ ਵੀ, ਕਿਉਂਕਿ ਅਨਾਜ ਹੀ ਤਾਂ ਹੈਗਾ ਜਿਹੜਾ ਬੰਦੇ ਨੂੰ ਹੈ ਨਾ ਵੀ ਫੀਡ ਕਰਦਾ ਹੈ ਅਤੇ ਉਹਨੂੰ ਜਿਉਂਦਾ ਰੱਖਦਾ। ਸੋ ਇਸ ਕਰਕੇ ਮੇਰੇ ਖਿਆਲ ਵੀ ਇਹ ਫਾਈਟ ਜੈਨੂਅਨ ਆ, ਕਿਉਂਕਿ ਸਰਕਾਰ
ਪੂਰੀ ਤਰ੍ਹਾਂ ਵੀ ਉਹਨਾਂ ਨਾਲ ਇਹ ਇਸ ਤਰ੍ਹਾਂ ਵਰਤ ਰਹੀ ਆ ਤੇ ਇਸ ਕਰਕੇ ਮੇਰੇ ਖਿਆਲ ਵੀ ਜਿਹੜਾ ਨਤੀਜਾ ਨਿਕਲੂਗਾ, ਕਿਉਂਕਿ ਇੰਪੈਕਟ ਉਹਦਾ ਬਹੁਤ ਹੋ ਰਿਹਾ ਹੈ, ਵਰਲਡ ਵਾਈਡ ਹੋ ਰਿਹਾ, ਸਾਰੇ NRIs ਹੋਇਆ, ਹੁਣ ਆਈ ਥਿੰਕ ਮੇਨ ਸਟ੍ਰੀਮ ਤੇ ਵਰਲਡ ਮੀਡੀਆ ਵੀ ਚੱਕ ਰਿਹਾ। ਹੋਪਫੁਲੀ UN ਵੀ ਕੁਛ ਕਰੂਗੀ, ਸਟੇਟਮੈਂਟ ਦਊਗੀ, ਕਿਉਂਕਿ ਵੀ ਜੋ ਕਿ ਪੁਲਿਸ ਵਾਇਲੈਂਸ ਤੇ ਹੋਰ ਉਹਨਾਂ ਤੇ ਕੀਤੀ ਜਾ ਰਹੀ, ਜੋ ਕਿ ਇਨੋਸੈਂਟ ਅੰਡਰ ਡੈਮੋਕ੍ਰੇਸੀ ਦੇ ਕਨਸਟੀਟਿਊਸ਼ਨ ਵਿੱਚ, ਇੰਡੀਅਨ ਕਨਸਟੀਟਿਊਸ਼ਨ ਵਿੱਚ ਵੀ ਉਹਨਾਂ ਦਾ ਰਾਈਟ ਆ ਵੀ ਇਹ ਮੰਗਾਂ ਕਰਨੀਆਂ, ਆਪਣਾ ਪ੍ਰੋਟੈਸਟ ਕਰਨਾ, ਪੀਸਫੁਲੀ ਦਿਖਾਉਣਾ ਸਰਕਾਰ ਨੂੰ। ਤੇ ਮੇਰੇ ਖਿਆਲ ਵੀ ਮੋਦੀ ਨੂੰ ਕੁਛ ਨਾ ਕੁਛ ਹੋਣ ਕਰਕੇ ਉਹਨਾਂ ਦੀ ਮੀਟਿੰਗ ਤਾਂ ਹੋਣੀ ਆ ਹੁਣ, ਸੋ ਕੁਛ ਨਾ ਕੁਛ ਉਹਨਾਂ ਨੂੰ ਦੇਣਾ ਪਊਗਾ। ਜੇ ਨਹੀਂ ਦੇਣਗੇ ਤਾਂ ਮੇਰੇ ਖਿਆਲ ਵੀ ਫਾਰਮਰ ਇੱਦਾਂ ਆਏ ਹੋਏ ਆ ਵੀ ਜਿਸ ਤਰ੍ਹਾਂ ਵੀ ਆਜ਼ਾਦੀ ਦੇ ਵਿੱਚ ਜਿਹੜੇ ਬੰਦੇ ਆਜ਼ਾਦੀ ਦਵਾਈ ਆ ਵੀ ਉਹ ਆਪਣੀ ਜਾਨ 'ਤੇ ਖੇਲ ਕੇ ਦਵਾ ਰਹੇ ਸੀ, ਵੀ ਉਸੇ ਤਰ੍ਹਾਂ ਮੇਰੇ ਖਿਆਲ ਵੀ ਜਿਹੜੇ ਫਾਰਮਰਸ ਨੇ ਤੇ ਹੋਰ ਉਹਨਾਂ ਦੇ ਨਾਲ ਜਿਹੜੇ ਮਜ਼ਦੂਰ ਤੇ ਹੋਰ ਜਿਹੜੇ ਸਪੋਰਟਰਸ ਨੇ ਵੀ ਉਹ ਵੀ ਇਸ ਤਰ੍ਹਾਂ ਹੀ ਬੈਠੇ ਨੇ ਵੀ ਅਸੀਂ ਇਹ ਇੱਕ ਤਰ੍ਹਾਂ ਇਹ ਲੈ ਕੇ ਰੱਖਣਾ, ਨਹੀਂ ਤਾਂ ਫਿਰ ਅਸੀਂ ਹੈਗੇ ਜਾਂ ਨਹੀਂ ਹੈਗੇ। ਮੋਦੀ ਸਰਕਾਰ ਕਹਿ ਰਹੀ ਕਿ ਕਿਸਾਨਾਂ ਦੇ ਫਾਇਦੇ 'ਚ ਦੇਖੋ ਜਿਸ ਤਰ੍ਹਾਂ ਉਹਨਾਂ ਨੇ ਬਣਾਇਆ ਹੋਇਆ ਆ ਰੂਲ, ਜਿਹੜਾ ਵੀ ਜਿਸ ਤਰ੍ਹਾਂ ਮੈਂ ਪੜ੍ਹਿਆ ਵੀ ਉਸ ਤਰ੍ਹਾਂ ਇਸ ਤਰ੍ਹਾਂ ਹੈਗਾ ਵੀ ਉਹ ਫ੍ਰੀ ਮਾਰਕੀਟ ਕੀਤਾ ਹੋਇਆ, ਵੀ ਇਸ ਤਰ੍ਹਾਂ ਵੀ ਹੋ ਸਕਦਾ ਵਾ ਵੀ ਜਿਹੜੀਆਂ ਉਹ ਕੰਪਨੀਆਂ ਉਹਨਾਂ ਕੋਲ ਖਰੀਦਣਗੀਆਂ ਉਹ ਅਨਾਜ, ਕਿਉਂਕਿ ਵੀ ਅੱਗੇ ਇੰਡੀਆ ਦੇ ਵਿੱਚ ਜਿਹੜਾ ਆਹ ਵੀ ਸੈਟਿੰਗ ਗਵਰਨਮੈਂਟ ਸੈੱਟ ਪ੍ਰਾਈਸ ਕਰਦੀ ਆ, ਉਹ ਕਰਦੀ ਆ। ਮੇਰੇ ਖਿਆਲ ਵੀ ਜੇ ਓਪਨ ਮਾਰਕੀਟਸ ਹੈਗਾ ਮੇ ਬੀ ਜਿਹੜੀ ਪ੍ਰਾਈਸ ਉਹ ਸੈੱਟ ਕਰਦੀ ਸੀ ਉਹਦੇ ਤੋਂ ਜ਼ਿਆਦਾ ਵੀ ਜਿਹੜੇ ਵੱਡੀਆਂ ਕੰਪਨੀਆਂ ਦੇ ਸਕਦੀਆਂ ਵਾ, ਰਾਈਟ। ਸੋ ਇਹ ਜਿਹੜੀ ਇਸ਼ੂ ਇੱਕ ਸੈਪਰੇਟ ਆ, ਉਹਨਾਂ ਦੇ ਹੋਰ ਵੀ ਮਾਮਲੇ ਹੈਗੇ ਜਿਹੜੇ ਕਿ ਇਵੈਂਚੁਅਲੀ ਓਨਰਸ਼ਿਪ ਹੋਏ ਜਾਂ ਵੀ ਜਿਹੜਾ ਪਾਵਰ ਵੀ ਉਹ ਜਿਹੜੀਆਂ ਕੰਪਨੀਆਂ ਉਹ ਫਾਰਮਰਾਂ ਦੇ ਉੱਤੇ ਕਰ ਸਕਦੀਆਂ, ਕਰਕੇ ਫਾਰਮਰ ਉੱਥੇ ਇੱਦਾਂ ਨਾ ਐਗਰੀਟੇਰੀਅਨ ਜਿਹੜੇ ਲੈਂਡ ਓਨਰਸ ਆ ਚਿਰਾਂ ਤੋਂ ਜਿਹੜੇ ਆ ਉਹ ਦੇ ਫੀਲ ਵੀ ਜਿਹੜੀ ਧਰਤੀ ਆ, ਜਿਹੜਾ ਸਾਡਾ ਲੈਂਡ ਹੈ ਜਿੱਥੇ ਅਸੀਂ ਫੂਡ ਗਰੋ ਕਰਦੇ ਹਾਂ, ਵੀ ਉਹ ਇੱਕ ਤਰ੍ਹਾਂ ਸਾਡੀ ਮਦਰ ਆ, ਸਾਡੀ ਲਾਈਕ ਮਾਂ ਆ, ਵੀ ਉਹ ਅਸੀਂ ਉਹਦੇ ਨਾਲ ਅਸੀਂ ਇੱਦਾਂ ਧੋਖਾ ਨਹੀਂ ਕਰ ਸਕਦੇ ਵੀ ਜਿਸ ਤਰ੍ਹਾਂ ਇਹ ਕਰਨਾ ਚਾਹੁੰਦੇ। ਸੋ ਕਈ ਇਸ਼ੂਜ਼ ਮੇ ਬੀ ਹੁਣ ਮੋਦੀ ਸਰਕਾਰ ਕਲੈਰੀਫਾਈ ਕਰ ਸਕਦੀ ਆ ਵੀ ਦੇਖੋ ਤੁਹਾਨੂੰ ਇਸ ਤਰ੍ਹਾਂ ਫਾਇਦਾ ਹੋ ਸਕਦਾ, ਤੁਹਾਨੂੰ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਠੀਕ ਵੀ ਉਸ ਤਰ੍ਹਾਂ ਕੋਈ ਅਮੈਂਡਮੈਂਟ ਅਸੀਂ ਲਿਆ ਸਕਦੇ ਹਾਂ। ਆਈ ਥਿੰਕ ਵੀ ਕੁਛ ਉਹਨਾਂ ਨੂੰ ਦੇਣਾ ਪਊਗਾ ਵੀ ਐਟ ਦੀ ਐਂਡ ਆਫ ਦ ਡੇ, ਵੀ ਕਰਕੇ ਹੁਣ ਇੰਨਾ ਉਹਨਾਂ ਨੇ ਚੱਕਿਆ ਹੋਇਆ ਜਿਹੜਾ ਵੀ ਉਹ ਦਿੱਲੀ ਤਾਂ ਆਏ ਹੁਣ ਬੈਠੇ ਆ ਵੀ ਇੰਨੀਆਂ ਤਕਲੀਫਾਂ ਤੇ ਜਿਹੜਾ ਪੁਲਿਸ ਦੇ ਪਾਣੀ ਤੇ ਹੋਰ ਜਿਹੜੇ ਵਾਇਲੈਂਸ ਉਹਨਾਂ ਨੇ ਸਰੀ ਆ, ਸੋ ਕੁਛ ਤਾਂ ਕੁਛ ਉਹ ਮੰਗਣਗੇ ਮੇਰੇ ਖਿਆਲ। ਇੱਥੋਂ ਵਾਲੇ ਲੋਕ ਦਾ ਕੀ ਰਿਐਕਸ਼ਨ ਆ ਜਾਂ ਇਹ ਕਿੱਦਾਂ ਦੇਖਦੇ ਹੋ? ਐਕਚੁਅਲੀ ਜੇ ਦੇਖੋ ਹੁਣ ਜਿਸ ਤਰ੍ਹਾਂ ਤੁਸੀਂ ਸੁਣਿਆ ਹੋਊਗਾ ਵੀ ਦੇਖਿਆ ਹੋਊਗਾ ਵੀ ਕਈ ਸਿਟੀਜ਼ ਦੇ ਵਿੱਚ ਕ੍ਰਾਸ ਕੈਨੇਡਾ ਹੋਰ ਥਾਂ ਵੀ ਹੋਊਗਾ ਵੀ ਲੋਕਾਂ ਨੇ ਆਈ ਥਿੰਕ ਇਸ ਵੈਨਸਡੇ ਦਸੰਬਰ 2 ਨੂੰ ਰੱਖਿਆ ਹੋਇਆ ਵੀ ਪ੍ਰੋਟੈਸਟ ਲਈ ਆਓ, ਜਿਸ ਤਰ੍ਹਾਂ ਕਿ ਇੱਥੇ ਸਰੀ ਦੇ ਵਿੱਚ ਵੀ ਰੱਖਿਆ ਹੋਇਆ। ਤੇ ਸੋ ਮੇਰੇ ਖਿਆਲ ਵੀ ਬਹੁਤ ਲੋਕ ਬਾਹਰੋਂ ਜੁੜ ਰਹੇ ਨੇ। ਇੱਕ ਹੋਰ ਚੀਜ਼ ਜਿਹੜੀ ਹੈਗੀ ਆ, ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਤੇ ਇਸ ਵੀਕ ਦੀ ਐਂਡ 'ਤੇ ਜਿਹੜਾ ਕਿ ਅੱਜ ਗੁਰਪੁਰਬ ਹੈਗਾ ਵੀ ਉੱਥੇ ਆ ਰਿਹਾ ਨੇ, ਸੋ ਲੋਕੀ ਹੋਰ ਵੀ ਦੇਖ ਰਹੇ ਨੇ ਵੀ ਕਿਉਂ ਵੀ ਕਿਸ ਤਰ੍ਹਾਂ ਵੀ ਜਿਹੜਾ ਸਾਡੇ ਸਿੱਖੀਜ਼ਮ ਦਾ ਫਾਊਂਡਰ ਸੀ ਵੀ ਕਿਸ ਤਰ੍ਹਾਂ ਉਹਨੇ ਹਿਊਮੈਨਿਟੀ ਨੂੰ ਦਿਖਾਇਆ ਵੀ ਹੁਣ ਉਹੀ ਆਵਾਜ਼ ਇਹ ਫਾਰਮਰਸ ਜਾਂ ਜਿਹੜੇ ਨਾਲ ਉਹਨਾਂ ਦੇ ਨੇ ਵੀ ਕਰ ਰਹੇ ਨੇ। ਸੋ ਆਈ ਥਿੰਕ ਵਰਲਡ ਵਾਈਡ ਜਿਹੜਾ ਰਿਐਕਸ਼ਨ NRI ਦਾ ਵੀ ਬਹੁਤ ਪੋਜ਼ੀਟਿਵ ਆ ਵੀ ਜੁੜ ਰਹੇ ਨੇ ਲੋਕੀ ਤੇ ਨਾਲੇ ਹਿੱਸਾ ਵੀ ਲੈ ਰਹੇ ਨੇ ਵੀ ਥਰੂ ਪਟੀਸ਼ਨ ਸਾਈਨ ਕਰ ਰਹੇ ਨੇ। ਫਿਰ ਫੰਡ ਰੇਜ਼ਿੰਗ ਜੋ ਵੀ ਉਹਨੂੰ ਚਾਹੀਦਾ, ਉਹਦਾ ਫਾਰਮਰ ਨੇ ਕਿਹਾ ਵੀ ਸਾਨੂੰ ਫੰਡ ਰੇਜ਼ ਨਾ ਕਰੋ ਪਰ ਸਾਡੀ ਵਿਲੇਜ ਅਡਾਪਟ ਕਰੋ, ਵੀ ਅਡਾਪਟ ਵਿਲੇਜ ਪੰਜਾਬ ਜਾਂ ਹੋਰ ਇੰਡੀਆ ਦੇ ਵਿੱਚ ਜਿੱਥੋਂ ਵੀ ਤੁਸੀਂ ਹੈਗੇ ਆ। ਸੋ ਇਸ ਚੀਜ਼ਾਂ ਦੇ ਆਈ ਥਿੰਕ ਸਾਰਾ ਜਿਹੜਾ ਐਫਰਟ ਆ ਉਹ ਪੂਰਾ ਦਿਖਾ ਰਿਹਾ ਤੇ ਪੂਰਾ ਪੰਜਾਬੀ ਜਿਹੜੇ ਨੇ ਬਾਹਰ ਬੈਠੇ ਪੂਰਾ ਭਾਗ ਲੈ ਰਹੇ ਨੇ ਤੇ ਉਹਨਾਂ ਦੀ ਬੈਕਿੰਗ ਦੇ ਰਹੇ ਨੇ। ਕਿਸੇ ਵੀ ਸੰਘਰਸ਼ ਨੂੰ ਦੇਖਣ ਲਈ ਸਭ ਤੋਂ ਪਹਿਲਾਂ ਉਸ ਦੀ ਜੜ ਨੂੰ ਦੇਖਣਾ ਪਏਗਾ ਕਿ ਅਸਲ 'ਚ ਇਸ ਦਾ ਆਧਾਰ ਕੀ ਹੈ। ਅਸੀਂ ਗੱਲ ਕਰੀਏ ਕਿ ਇੱਕ ਸਮਾਂ ਸੀ ਜਦੋਂ ਮੁਗਲਿਆ ਹਕੂਮਤ ਤੋਂ ਨਿਜਾਤ ਪਾਉਂਦੇ ਹੋਏ ਭਾਰਤ ਦੇ ਵਿੱਚ ਅਤੇ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਜਿਹੜੇ ਹਲਵਾਕਾਂ ਨੂੰ ਉਹਨਾਂ ਦੀ ਜ਼ਮੀਨ ਦਾ ਮਾਲਕ ਬਣਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ ਐਸਾ ਰਾਜ ਜਿਸ ਦੇ ਵਿੱਚ ਕਿਰਤੀ ਵਰਗ ਜਿਹੜਾ ਪਹਿਲੀ ਵਾਰ ਆਪਣੀ ਸੱਤਾ ਦੇ ਵਿੱਚ ਆਇਆ ਤੇ ਉਹਨਾਂ ਨੇ ਜ਼ਮੀਨਾਂ ਕਿਸੇ ਗੁਲਾਮੀ ਦੇ ਵਿੱਚ ਨਹੀਂ ਆਪਣੀ ਮਲਕੀਤ ਦੇ ਵਿੱਚ ਰੱਖੀਆਂ। ਇਹ ਉਸ ਵੇਲੇ ਉਹਨਾਂ ਤੋਂ ਛੁਟਕਾਰਾ ਪਾ ਕੇ ਕਿਰਤੀਆਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ। ਪਰ ਸਦੀਆਂ ਬਾਅਦ ਇਤਿਹਾਸ ਨੂੰ ਪੁੱਠਾ ਮੋੜ ਦਿੱਤਾ ਅੱਜ ਦੀ ਜਿਹੜੀ ਫਾਸ਼ੀਵਾਦੀ ਇੰਡੀਅਨ ਸਟੇਟ ਨੇ। ਕੀ ਕੀਤਾ ਕਿ ਫਿਰ ਉਹੀ ਸਰਮਾਏਦਾਰ ਲੋਕ, ਉਹੀ ਜਗੀਰੂ ਸੋਚ ਵਾਲੇ, ਉਹਨਾਂ ਨੂੰ ਲਾਗੂ ਕਰਦਿਆਂ ਹੋਇਆਂ ਕਿਸਾਨਾਂ ਤੋਂ ਉਹਨਾਂ ਦੀਆਂ ਜ਼ਮੀਨਾਂ ਲੈ ਕੇ ਉਹਨਾਂ ਦੇ ਆਪਣੇ ਅਨੁਸਾਰ ਮੁੱਲ ਤੈਅ ਕਰਕੇ ਆਪਣੇ ਫਾਇਦੇ ਦੇ ਅਨੁਸਾਰ ਵਰਤਣਾ ਸ਼ੁਰੂ ਕੀਤਾ ਤੇ ਉਹਨਾਂ ਦੇ ਫਸਲਾਂ ਦੇ ਮੁੱਲ ਨਿਰਧਾਰਨ ਕਰਨ ਲਈ ਵੀ ਜਿਹੜਾ ਸਰਕਾਰ ਨੇ ਲੋਕਾਂ ਦਾ ਪੱਖ ਨਾ ਲਿਆ, ਉਹਨਾਂ ਦਾ ਪੱਖ ਲਿਆ। ਇਹ ਸਾਰਾ ਕੁਝ ਜਿਹੜਾ ਹੈ ਉਬਾਲ ਦੇ ਤੌਰ ਤੇ ਉੱਠਿਆ
ਜਿਸ ਦਾ ਕਾਰਨ ਸੀ ਕਿ ਕਈ ਮਹੀਨਿਆਂ ਤੋਂ ਲਗਾਤਾਰ ਇੰਡੀਅਨ ਸਟੇਟ ਦੇ ਇਹ ਤਿੰਨੇ ਆਰਡੀਨੈਂਸ ਜਿਨ੍ਹਾਂ ਨੂੰ ਕਾਨੂੰਨ ਦੀ ਸ਼ਕਲ ਦਿੱਤੀ ਗਈ ਉਸ ਦੇ ਖਿਲਾਫ ਲੋਕ ਲਾਮਬੰਦ ਹੋ ਰਹੇ ਸਨ ਤੇ ਆਖਿਰਕਾਰ ਉਹ ਸਦੀਆਂ ਪਹਿਲਾਂ ਦੇ ਜਿਹੜੇ ਹੱਕ ਸੱਚ ਇਨਸਾਫ ਦੇ ਪੱਖ ਸਨ ਉਸ ਨੂੰ ਲੈ ਕੇ ਸੰਘਰਸ਼ ਦੇ ਮੈਦਾਨ 'ਚ ਉਤਰੇ। ਅਸਲ 'ਚ ਇਹ ਮੁੱਦਾ ਅੱਜ ਦੇ ਕਿਸਾਨੀ ਸੰਘਰਸ਼ ਦਾ ਕਿ ਜ਼ਮੀਨ ਹਲਵਾਹਕ ਜਿਹੜੇ ਲੋਕ ਨੇ ਉਹਨਾਂ ਦੀ ਜ਼ਮੀਨ ਨਾ ਖੋਈ ਜਾਏ ਤੇ ਸਰਕਾਰਾਂ ਜਿਹੜਾ ਧੱਕਾ ਕਰ ਰਹੀਆਂ ਨੇ ਕਾਰਪੋਰੇਟ ਘਰਾਣਿਆਂ ਦੇ ਉਹਨਾਂ ਦੇ ਅਨੁਸਾਰ ਜੋ ਕੁਝ ਕਰ ਰਹੀਆਂ ਨੇ ਜਿਨ੍ਹਾਂ ਦੇ ਇਨਡਾਇਰੈਕਟਲੀ ਜਿਨ੍ਹਾਂ ਦੇ ਗੁਲਾਮ ਹੈ ਸਰਕਾਰ ਉਹਨਾਂ ਨੂੰ ਨੱਥ ਪਾਈ ਜਾ ਸਕੇ। ਸੋ ਸਰਕਾਰ ਦੇ ਖਿਲਾਫ ਲੜ ਰਹੇ ਕਿਸਾਨ ਕੇਵਲ ਸਰਕਾਰ ਦੇ ਵਿਰੋਧੀ ਨਹੀਂ ਅਡਾਨੀ ਅਬਾਨੀ ਵਰਗਿਆਂ ਦੇ ਵੀ ਵਿਰੋਧੀ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸਲ ਦੇ ਵਿੱਚ ਬਿਮਾਰੀ ਦੀ ਜੜ ਕੀ ਹੈ, ਚੋਰ ਦੀ ਮਾਂ ਕਿਹੜੀ ਹੈ, ਉਸ ਨੂੰ ਹੀ ਖਤਮ ਕੀਤਾ ਜਾਏ। ਜਿੱਥੋਂ ਤੱਕ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਹਕੂਮਤ ਨੇ ਕਿ ਇਹ ਜਿਸ ਤਰ੍ਹਾਂ ਆਡਾ ਲਿਆ ਹੋਇਆ ਅਜੇ ਤੱਕ ਵੀ ਜਿਹੜੇ ਪ੍ਰਧਾਨ ਮੰਤਰੀ ਦੇ ਬਿਆਨ ਇਸੇ ਗੱਲ ਤੇ ਹੀ ਨੇ ਕਿ ਇਹ ਕਾਨੂੰਨ ਬਿਲਕੁਲ ਸਹੀ ਨੇ। ਸੋ ਇੰਨੀ ਛੇਤੀ ਮੰਨਣ ਵਾਲੀ ਨਹੀਂ, ਸਰਕਾਰ ਕੋਲ ਬਹੁਤ ਤਾਕਤ ਹੈ, ਮੈਜੋਰਟੀ ਹੈ। ਅਕਾਲੀ ਦਲ ਨੇ ਐਨ ਉਸ ਵੇਲੇ ਜਦੋਂ ਲੋਕਾਂ 'ਚ ਵੜਨ ਵਾਲਾ ਜਿਹੜਾ ਉਸ ਨੂੰ ਦਰਵਾਜ਼ੇ ਬੰਦ ਹੋਣ ਵਾਲੇ ਸਨ ਉਸ ਵੇਲੇ ਪਾਸਾ ਵਟਿਆ। ਪੰਜਾਬ ਦਾ ਸੀਐਮ ਜਿਹੜਾ ਹੈ ਉਹ ਵੀ ਕਿਸੇ ਤਰੀਕੇ ਨਾਲ ਇਹਨਾਂ ਘਰਾਣਿਆਂ ਨਾਲ ਹੀ ਸੰਬੰਧਿਤ ਹੈ ਪਰ ਹੁਣ ਜਾ ਕੇ ਉਸਨੇ ਮਲਮੀ ਜੀ ਢੰਗ ਨਾਲ ਕਿਹਾ ਕਿ ਗੱਲਬਾਤ ਕਰੋ। ਸੋ ਇਹੋ ਜਿਹਾ ਸਰਕਾਰੀ ਦਬਾਅ ਜਿਹੜਾ ਕੋਈ ਨਹੀਂ ਨਜ਼ਰ ਆ ਰਿਹਾ ਲੇਕਿਨ ਆਖਿਰਕਾਰ ਸਰਕਾਰ ਜਿਹੜੀ ਹੈ ਉਸ ਲਈ ਰਸਤਾ ਕੋਈ ਬਚਣਾ ਨਹੀਂ ਹੈ। ਹਾਂ ਇਹ ਜ਼ਰੂਰ ਹੋ ਸਕਦਾ ਇਸ ਸੰਘਰਸ਼ ਨੂੰ ਤਾਰ ਪੀਡੋ ਕਰਨ ਲਈ ਉਹ ਕੋਈ ਫਲੂਹਾ ਸੁੱਟ ਦੇਵੇ ਜਿਵੇਂ ਕਿ ਆਮ ਹੀ ਸੁੱਟਿਆ ਜਾ ਰਿਹਾ ਜੀ। ਇਸ ਦੇ ਵਿੱਚ ਪਾਕਿਸਤਾਨੀ ਨਾਅਰੇ ਲੱਗ ਰਹੇ ਨੇ, ਖਾਲਿਸਤਾਨੀ ਨਾਅਰੇ ਲੱਗ ਰਹੇ ਨੇ, ਰਾਸ਼ਟਰ ਵਿਰੋਧੀ ਤੱਤਾਂ ਦਾ ਹੈ। ਲੱਖਾਂ ਕਿਸਾਨ ਉਹਨਾਂ ਨੂੰ ਨਜ਼ਰ ਨਹੀਂ ਆ ਰਹੇ। ਕੋਈ ਨਾ ਕੋਈ ਐਸੀ ਚੁਣ ਕੇ ਉਹ ਇਸ ਨੂੰ ਸੰਘਰਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨੇ। ਆਪਣੇ ਬੰਦਿਆਂ ਦੇ ਵੀ ਹਰੀਆਂ ਟੋਪੀਆਂ ਪੱਗਾਂ ਬਣਾ ਕੇ ਉਹ ਭੇਜ ਸਕਦੇ ਨੇ। ਸੁਚੇਤ ਹੋਣ ਵਾਲੀ ਗੱਲ ਹੈ। ਸਿੱਟਿਆਂ ਦੇ ਬਾਰੇ ਫਿਲਹਾਲ ਇਹ ਕਹਿਣਾ ਔਖਾ ਹੈ ਪਰ ਇਹ ਸੰਘਰਸ਼ ਜਿਸ ਪਾਸੇ ਵੱਲ ਹੁਣ ਤੱਕ ਗਿਆ ਇਸ ਨੇ ਇੰਟਰਨੈਸ਼ਨਲ ਲੈਵਲ ਤੇ ਇਹ ਕਨਸੈਪਟ ਸਿਰਜ ਦਿੱਤਾ ਕਿ ਟਰੈਕਟਰਾਂ ਵਾਲੇ ਟਵੀਟਾਂ ਤੱਕ ਪਹੁੰਚ ਗਏ ਨੇ। ਇਹ ਜਾਗਰੂਕਤਾ ਹੀ ਜਿਹੜੀ ਪ੍ਰਾਪਤੀ ਕਹੀ ਜਾ ਸਕਦੀ ਹੈ। ਦੇਖੋ ਜਿਹੜਾ ਸੰਘਰਸ਼ ਚੱਲ ਰਿਹਾ ਇਸ ਵੇਲੇ ਇਹਦੀ ਵਿਲੱਖਣਤਾ ਇਹ ਆ ਪਿਛਲੇ ਸਮਿਆਂ ਤੋਂ ਅਸੀਂ ਵੇਖ ਰਹੇ ਹਾਂ ਜਦੋਂ ਦੀ ਮੋਦੀ ਸਰਕਾਰ ਆਈ ਹੈ ਘੱਟ ਗਿਣਤੀਆਂ ਦੇ ਜ਼ੁਲਮ ਬੜੇ ਤਿੱਖੇ ਹੋਏ, ਕਸ਼ਮੀਰ ਦੀ ਘੇਰਾਬੰਦੀ ਹੋਈ, CA ਵਰਗਾ ਕਾਨੂੰਨ ਲਿਆਇਆ ਗਿਆ, ਮੁਜ਼ਾਹਰੇ ਉਦੋਂ ਵੀ ਹੋਏ ਪਰ ਕੈਨੇਡਾ ਵਿੱਚ ਜਿਸ ਕਿਸਮ ਦਾ ਪ੍ਰਤੀਕਰਮ ਵੇਖਣ ਨੂੰ ਮਿਲਿਆ ਵਿਆਪਕ ਪੱਧਰ ਤੇ ਇਹੋ ਜਿਹਾ ਪ੍ਰਤੀਕਰਮ ਉਸ ਵੇਲੇ ਨਹੀਂ ਸਾਨੂੰ ਵੇਖਣ ਨੂੰ ਮਿਲਿਆ। ਖਾਸ ਤੌਰ ਤੇ ਮੈਂ ਇਸ ਐਂਗਲ ਤੋਂ ਗੱਲ ਕਰਦਾ ਕਿ ਜਿਹੜੇ ਸਿਆਸਤਦਾਨ ਜਿਵੇਂ ਤਕਰੀਬਨ ਹਰ ਪਾਰਟੀ ਦੇ ਬੋਲੇ ਆ ਸੋਸ਼ਲ ਮੀਡੀਆ ਤੇ ਆ ਕੇ ਜਿਵੇਂ ਉਹਨਾਂ ਨੇ ਬਿਆਨ ਦਿੱਤੇ ਆ ਜਿੰਨੀ ਤਵੱਜੋ ਇਸ ਮੁੱਦੇ ਨੇ ਲਈ ਆ ਉਹ ਪਹਿਲਾਂ ਨਹੀਂ ਸੀ। ਇਹ ਦੱਸਦਾ ਹੈ ਕਿ ਕਿਸ ਤਰੀਕੇ ਨਾਲ ਮਤਲਬ ਕਿਸਾਨਾਂ ਨੇ ਸੰਸਾਰ ਭਰ ਵਿੱਚ ਆਪਣਾ ਮੋਰਚਾ ਲਾ ਕੇ ਦੁਨੀਆ ਦਾ ਧਿਆਨ ਖਿੱਚ ਲਿਆ। ਇੱਥੇ ਹੁਣ ਹੋਇਆ ਇੱਦਾਂ ਕੋਵਿਡ-19 ਦੇ ਮੰਦਰ ਦੇ ਵੱਡੇ ਇਕੱਠ ਤਾਂ ਨਹੀਂ ਹੋ ਪਾ ਰਹੇ ਪਰ ਲੋਕਾਂ ਨੇ ਵੀ ਇਸ ਮੁੱਦੇ ਵਿੱਚ ਦਿਲਚਸਪੀ ਬਹੁਤ ਜ਼ਿਆਦਾ ਵਿਖਾਈ ਹੈ। ਜਿਵੇਂ ਹੁਣ ਸੁਣਨ 'ਚ ਆ ਰਿਹਾ ਕਿ ਬੁੱਧਵਾਰ ਨੂੰ ਇੱਥੇ ਸਟੂਡੈਂਟ ਨੇ ਉਹ ਕਾਰ ਰੈਲੀ ਕੱਢਣ ਜਾ ਰਹੇ ਆ। ਕੱਲ੍ਹ ਇੱਥੇ ਸਰੀ ਦੇ ਵਿੱਚ ਵੀ ਇਕੱਠ ਹੋ ਕੇ ਹਟਿਆ 72 ਤੇ 120 ਸਟਰੀਟ 'ਤੇ ਸਟੂਡੈਂਟਾਂ ਦਾ। ਫਿਰ ਇਸ ਤਰੀਕੇ ਨਾਲ ਅਸੀਂ ਵੇਖਦੇ ਹਾਂ ਖਾਲਸਾ ਏਡ ਵੱਲੋਂ ਇੱਥੇ ਪੈਸੇ ਇਕੱਠੇ ਕਰਕੇ ਉੱਥੇ ਲੰਗਰ ਸੇਵਾ ਲਈ ਚੰਦਾ ਭੇਜਿਆ ਜਾ ਰਿਹਾ। ਸਿਆਸਤਦਾਨਾਂ ਦੀ ਗੱਲ ਕਰੀਏ, ਮਿਊਨਿਸਪੈਲਿਟੀ ਦੇ ਸਿਆਸਤਦਾਨ ਹੋਣ, ਵਿਧਾਨ ਸਭਾ ਦੇ ਹੋਣ, ਪਾਰਲੀਮੈਂਟ ਦੇ ਹੋਣ, ਜਿਹੜੀ ਮਰਜ਼ੀ ਦੀ ਪਾਰਟੀ ਦੇ ਹੋਣ, ਕੋਈ ਵੀ ਭੇਜ ਨਹੀਂ ਰਿਹਾ। ਤਕਰੀਬਨ ਸਭ ਨੇ ਬਿਆਨ ਦਿੱਤੇ। ਇਸ ਤੋਂ ਇਲਾਵਾ BC ਸਿਵਲ ਲਿਬਰਟੀਜ਼ ਐਸੋਸੀਏਸ਼ਨ ਜਿਹੜੀ ਕਿ ਮਨੁੱਖੀ ਹੱਕਾਂ ਦਾ ਸੰਗਠਨ ਇੱਥੋਂ ਦਾ, ਉਸ ਦੀ ਹਰਸ਼ਾ ਵਾਲੀਆ ਨੇ ਬਿਆਨ ਦਿੱਤਾ। ਫਿਰ ਜਿਹੜੇ ਖੇਤ ਕਾਮੇ ਨੇ ਉਹਨਾਂ ਦੀ ਇੱਕ ਵੱਡੀ ਯੂਨੀਅਨ ਹੈ ਉਸਨੇ BC ਫੈਡਰੇਸ਼ਨ ਆਫ ਲੇਬਰ ਨੇ, ਜਾਣੀ ਆਪਾਂ ਗੱਲ ਕੀ ਇੰਨਾ ਜ਼ਿਆਦਾ ਧਿਆਨ ਖਿੱਚਿਆ। ਸੋ ਸੰਘਰਸ਼ ਇੰਨਾ ਤਿੱਖਾ ਸੀ ਕਿ ਲੋਕਾਂ ਦਾ ਧਿਆਨ ਖਿੱਚਿਆ ਗਿਆ। ਕੋਵਿਡ-19 ਕਰਕੇ ਵੱਡੇ ਇਕੱਠ ਭਾਵੇਂ ਨਹੀਂ ਵੀ ਹੋ ਰਹੇ ਪਰ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਲਗਾਤਾਰ ਹੋ ਰਹੀ ਹੈ। ਕੱਲ੍ਹ ਸ਼ਾਮ ਨੂੰ ਸਾਂਸਦ ਜਿਹੜੀ ਇੱਥੋਂ ਦੀ ਸੰਸਥਾ ਆ ਉਹਨਾਂ ਨੇ ਵੀ ਸੰਵਾਦ ਰਚਿਆ। P ਸਾਈਨਾਥ ਵਰਗੇ ਇੱਕ ਉੱਗੇ ਵਿਦਵਾਨ ਨੂੰ ਭਾਰਤ ਤੋਂ ਲਾਈਵ ਸਟਰੀਮ 'ਤੇ ਲਿਆ, ਚਰਚਾ ਕੀਤੀ ਹੈ। ਸੋ ਮੈਨੂੰ ਲੱਗਦਾ ਕਿ ਪਿਛਲੇ ਸੰਘਰਸ਼ਾਂ ਨਾਲੋਂ ਇਸ ਸੰਘਰਸ਼ ਨੇ, ਕਿਉਂਕਿ ਇਹਦੇ ਵਿੱਚ ਕੋਈ ਧਰਮ ਜਾਂ ਜ਼ਾਤ ਜਾਂ ਇੱਕ ਖਾਸ ਤਬਕੇ ਦੀ ਗੱਲ ਨਹੀਂ, ਇੱਕ ਸੈਕੂਲਰ ਮੁੱਦਾ। ਕਿਸਾਨੀ ਵਰਗ ਹਰ ਇੱਕ ਭਾਈਚਾਰੇ ਨਾਲ ਜੁੜਿਆ ਹੋਇਆ। ਕਿਸਾਨੀ ਵਰਗ ਵਿੱਚੋਂ ਵੀ ਜਿਹੜੇ ਲੋਕ ਨੇ ਉਹਨਾਂ ਦੇ ਵੱਖਰੇ ਵੱਖਰੇ ਵਿਭਿੰਨ ਸਿਆਸੀ ਵਿਚਾਰ ਨੇ। ਸੋ ਇਸ ਕਰਕੇ ਬੜੀ ਇੱਕ ਇਹੋ ਜਿਹੀ ਕਹਿ ਸਕਦੇ ਹਾਂ ਕਿ ਅਕ੍ਰੋਸ ਦੀ ਜਿਹੜੀ ਸਪੈਕਟਰਮ ਲੜਾਈ ਆ ਜਿਸ ਨੇ ਇੱਕ ਨਵੇਂ ਕਿਸਮ ਦਾ ਨੈਰੇਟਿਵ ਖੜਾ ਕਰ ਦਿੱਤਾ ਜਿਹੜਾ ਕਿ ਸਰਕਾਰ ਲਈ ਹੁਣ ਇਹ ਸਮੱਸਿਆ ਬਣ ਗਈ ਇੰਡੀਆ ਦੇ ਵਿੱਚ ਕਿ ਜਿੰਨੀ ਉਹਨਾਂ ਦੀ ਬੇਇੱਜ਼ਤੀ ਇਸ ਟਾਈਮ ਹੋਈ ਹੈ ਇੰਟਰਨੈਸ਼ਨਲ ਲੈਵਲ 'ਤੇ ਇਸ ਮੁੱਦੇ 'ਤੇ, ਉਸ 'ਤੇ ਜਿਹੜਾ ਡੈਮੋਕ੍ਰੇਸੀ ਦੇ ਨਾਂ 'ਤੇ ਜਿਹੜਾ ਉਹ ਪ੍ਰਚਾਰ ਕਰਦੇ ਕਿ ਅਸੀਂ ਬਹੁਤ ਵੱਡੀ ਜਮਹੂਰੀਅਤ ਹਾਂ, ਉਹਦਾ ਵੀ ਪਰਦਾਫਾਸ਼ ਕੀਤਾ। ਕਿਉਂਕਿ ਜਿਹੜੇ ਕਿਸਾਨ ਉੱਥੇ ਰੋਸ ਵਿਖਾਵੇ ਕਰਨ ਆਏ, ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹੀ ਜਾਣ ਵਾਲੀ ਜਿਹੜੀ ਇੱਕ ਡੈਮੋਕ੍ਰੇਸੀ ਆ, ਉਸ ਦੀ ਨੈਸ਼ਨਲ ਕੈਪੀਟਲ ਵਿੱਚ ਜੋ ਕਿਸਾਨਾਂ ਦੇ ਨਾਲ ਜਿਹੜੀ ਬਰਬਰਤਾ ਕੀਤੀ ਗਈ ਪੁਲਿਸ ਵੱਲੋਂ, ਉਸਨੇ ਸੰਸਾਰ ਭਰ ਵਿੱਚ ਇਸ ਜਿਹੜਾ ਪਖੰਡ
ਨੂੰ ਚੰਗੇ ਤਰੀਕੇ ਨਾਲ ਉਧੇੜ ਕੇ ਰੱਖ ਦਿੱਤਾ। ਦੇਖੋ ਜੀ, ਇਹ ਲੜਾਈ ਜਿਹੜੀ ਹੈ ਇਸ ਦੇ ਬਹੁਤ ਸਾਰੀਆਂ ਡਾਇਮੈਂਸ਼ਨਸ ਨੇ, ਕੋਈ ਇੱਕ ਡਾਇਮੈਂਸ਼ਨ ਇਹਦੀ ਹੈ ਨਹੀਂ। ਪਰ ਪੰਜਾਬ ਦਾ ਕੇਸ ਥੋੜ੍ਹਾ ਜਿਹਾ ਵੱਖਰਾ। ਪੰਜਾਬ ਦਾ ਕੇਸ ਤਾਂ ਵੱਖਰਾ ਕਿ ਪੰਜਾਬ ਦੇ ਕਿਸਾਨ ਇਸ ਵੇਲੇ ਸਿਰਫ ਮੁੱਖ ਤੌਰ 'ਤੇ 2 ਫਸਲਾਂ 'ਤੇ ਨਿਰਭਰ ਨੇ, ਔਰ ਝੋਨਾ ਤਾਂ ਇਹੋ ਜਿਹੀ ਫਸਲ ਹੈ ਜਿਹੜੀ ਪੰਜਾਬ ਖਾਂਦਾ ਵੀ ਹੈ ਨਹੀਂ। ਪੂਰੇ ਮੁਲਕ ਨੂੰ ਖਵਾਉਣ ਲਈ ਤੁਸੀਂ ਝੋਨਾ ਉੱਥੇ ਬੀਜਦੇ ਹੋ, ਪਾਣੀ ਉੱਥੋਂ ਦਾ ਇਸਤੇਮਾਲ ਹੋ ਰਿਹਾ, ਔਰ ਜੇ ਪਰਾਲੀ ਨੂੰ ਅੱਗ ਲਾਈ ਜਾਂਦੀ ਜ਼ਮੀਨ ਵਿਹਲੀ ਕਰਨ ਵਾਸਤੇ ਤੇ ਦਿੱਲੀ ਵਿੱਚ ਧੂੰਆਂ ਪਹੁੰਚਦਾ, ਦਿੱਲੀ ਵਾਲੇ ਚੀਕਾਂ ਮਾਰਨ ਲੱਗ ਪੈਂਦੇ। ਸੋ ਇੱਕ ਬੇਗਾਨਗੀ ਦਾ ਅਹਿਸਾਸ ਵੀ ਹੈ ਲੋਕਾਂ ਦੇ ਵਿੱਚ ਕਿ ਅਸੀਂ ਸਾਰੇ ਮੁਲਕ ਦਾ ਢਿੱਡ ਵੀ ਭਰ ਰਹੇ ਹਾਂ ਆਪਣੇ ਕੋਸਟ 'ਤੇ। ਸਾਡੀ ਜ਼ਮੀਨ ਦਾ ਪਾਣੀ ਵੀ ਥੱਲੇ ਨੂੰ ਜਾ ਰਿਹਾ, ਸਾਡੇ ਕੋਲ ਰਿਸੋਰਸਿਸ ਵੀ ਹੈ ਨਹੀਂ, ਅਤੇ ਖਰੀਦ ਏਜੰਸੀਆਂ ਜਿਹੜੀਆਂ ਉਹਨਾਂ ਨੂੰ ਹੱਥ ਪਿੱਛੇ ਕੀਤਾ ਜਾ ਰਿਹਾ ਉਹਨਾਂ ਵੱਲੋਂ। ਅਤੇ ਉੱਤੋਂ ਇਹ ਕਿ ਜਿਹੜਾ ਜਦੋਂ ਪਰਾਲੀ ਨੂੰ ਅੱਗ ਲਾਈ ਜਾਂਦੀ ਉਹ ਵੀ ਇਸ ਕਰਕੇ ਜ਼ਮੀਨ ਵਿਹਲੀ ਕਰਨ ਵਾਸਤੇ, ਸਮਾਂ ਵੀ ਇੰਨਾ ਨਹੀਂ ਹੁੰਦਾ। ਉਹ ਧੂੰਆਂ ਪਾਕਿਸਤਾਨ ਨੂੰ ਜਾਂਦਾ, ਉਹ ਇਤਰਾਜ਼ ਨਹੀਂ ਕਰਦੇ, ਦਿੱਲੀ ਵਾਲਿਆਂ ਨੂੰ ਵੀ ਤਕਲੀਫ ਹੈ। ਫਿਰ ਜੇ ਪ੍ਰੋਟੈਸਟ ਕਰਨ ਲਈ ਉਹ ਕੂਚ ਕਰਦੇ ਨੇ ਦਿੱਲੀ ਵੱਲ ਨੂੰ, ਹਰਿਆਣੇ ਵਿੱਚੋਂ ਲੰਘ ਕੇ ਜਾਣਾ ਪੈਂਦਾ, ਉੱਥੇ ਉਹਨਾਂ ਨਾਲ ਧੱਕੇਸ਼ਾਹੀ ਹੁੰਦੀ ਹੈ। ਸੋ ਉਸਨੇ ਇੱਕ ਵੱਖਰਾ ਕਿਸਮ ਦਾ ਇੱਕ ਪੰਜਾਬ ਦੇ ਵਿੱਚ ਦ੍ਰਿਸ਼ਟੀਕੋਣ ਪੈਦਾ ਕਰਤਾ ਕਿ ਜੋ ਦਿੱਲੀ ਜਾਂ ਪੰਜਾਬ ਵਿੱਚ ਦੂਰੀ ਹੈ ਉਹ ਹੋਰ ਵੱਧ ਗਈ ਹੈ। ਪਰ ਮੁੱਖ ਤੌਰ 'ਤੇ ਕਿਸਾਨੀ ਦਾ ਜਿਹੜਾ ਮੁੱਦਾ ਉਹ ਇਕੱਲਾ ਪੰਜਾਬ ਤੱਕ ਕੇਂਦਰਿਤ ਨਹੀਂ ਗਾ, ਹਰਿਆਣੇ ਦੇ ਕਿਸਾਨ ਵੀ ਉਹਨਾਂ ਦੇ ਨਾਲ ਖੜੇ ਹੋਏ ਆ। ਅੱਜ ਤੱਕ ਹਰਿਆਣੇ ਨੂੰ ਅਤੇ ਪੰਜਾਬ ਨੂੰ ਦੋਨਾਂ ਵਿੱਚ ਜਿਹੜਾ ਸ਼ਰੀਕੇਬਾਜ਼ੀ ਪੈਦਾ ਕਰਕੇ ਕੇਂਦਰ ਆਪਣਾ ਕੰਮ ਚਲਾ ਰਿਹਾ ਸੀਗਾ, ਐਤਕੀ ਉਹ ਵੀ ਕੰਮ ਫੇਲ ਹੋ ਗਿਆ। ਹਰਿਆਣੇ ਦੇ ਜਾਟ ਵੀ ਪੰਜਾਬ ਦੇ ਜੱਟਾਂ ਨਾਲ ਆ ਕੇ ਖੜੇ ਹੋ ਗਏ ਬਰਾਬਰ। ਇੱਥੋਂ ਤੱਕ ਕਿ ਮਹਾਰਾਸ਼ਟਰ ਵਿੱਚ ਵੀ ਕਿਸਾਨਾਂ ਨੇ ਇੱਕ ਮੁੱਠਤਾ ਜਿਤਾਈ ਹੈ ਆਪਣੀ। ਸੋ ਮੁੱਖ ਤੌਰ 'ਤੇ ਇਹ ਜਿਹੜਾ ਮੁੱਦਾ ਹੈ, ਇਹ ਕੈਪੀਟਲਿਜ਼ਮ ਨਾਲ ਲੜਾਈ ਵੀ ਹੈ, ਉਸਨੂੰ ਇਗਨੋਰ ਨਹੀਂ ਕਰ ਸਕਦੇ। ਮੈਂ ਇਹ ਵੀ ਗੱਲ ਕਹੂੰਗਾ, ਇਕੱਲਾ ਮੋਦੀ ਵੀ ਕਸੂਰਵਾਰ ਨਹੀਂ ਗਾ। ਇਹ ਜਿਹੜੇ ਅੱਜ ਆਰਥਿਕ ਨੀਤੀਆਂ ਅਪਣਾਈਆਂ ਜਾ ਰਹੀਆਂ, ਇਸ ਦੀ ਜ਼ਮੀਨ ਮਨਮੋਹਨ ਸਿੰਘ ਦੀ ਹਕੂਮਤ ਵੇਲੇ ਤਿਆਰ ਹੋ ਚੁੱਕੀ ਸੀ। ਇਹ ਉਸ ਦੇ ਲੱਛਣ ਨੇ। ਸੋ ਦੋਸਤੋ, ਅਸੀਂ ਇਹਨਾਂ ਸਾਰੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਜਿਹੜੇ ਕਿ ਭਾਈਚਾਰੇ ਦੀ ਹਰ ਨਬਜ਼ ਨੂੰ ਜਾਣਦੇ ਨੇ, ਹਰ ਨਬਜ਼ ਬਾਰੇ ਦੇਖਦੇ ਨੇ। ਉਹਨਾਂ ਨੇ ਆਪਣੇ ਆਪਣੇ ਵਿਚਾਰ ਇਹਦੇ ਬਾਰੇ ਸਾਂਝੇ ਕੀਤੇ। ਇਸ ਵੇਲੇ ਸਥਿਤੀ ਬੜੀ ਸਪਸ਼ਟ ਆ, ਕੁਛ ਵੀ ਕਲੀਅਰ ਨਹੀਂ ਇਹਦੇ ਬਾਰੇ ਕਿ ਇਹਦਾ ਭਵਿੱਖ ਕੀ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ। ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਧਰਨਾ, ਮੁਜ਼ਾਹਰਾ, ਰੋਸ ਮਾਰਚ ਜੋ ਕੁਛ ਵੀ ਚੱਲ ਰਿਹਾ, ਇਹ ਕਿੰਨਾ ਕੁ ਲੰਬਾ ਚੱਲਣਾ, ਔਰ ਇਹਦੇ ਉੱਤੇ ਸਰਕਾਰ ਕਿਸ ਤਰੀਕੇ ਨਾਲ ਗੱਲਬਾਤ ਕਰਦੀ ਆ, ਇਹ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਕਿਸ ਫੈਸਲੇ ਦੇ ਉੱਤੇ ਨਿਬੜਦੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਹੋਰ ਸਾਫ਼ ਹੋਊਗੀ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਨਾਲ, ਕੁਛ ਨਵੀਆਂ ਸ਼ਖਸੀਅਤਾਂ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।